ਸੋ ਤੁਹਾਨੂੰ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਇੰਡੀਅਨਸ ਨੇ ਯੂਨਿਟੀ ਦਿਖਾਈ ਆ, ਇਹ ਆਉਣ ਵਾਲੀਆਂ ਸਰਕਾਰਾਂ ਲਈ ਵੀ ਇੱਕ ਸਬਕ ਹੋਏਗਾ। ਲੰਗਰ ਛਕੀ ਜਾਂਦੇ ਅਸੀਂ ਤੇ ਮੇਰੇ ਸਾਹਮਣੇ ਬਾਬਾ ਜੀ ਦੀ ਡੈਥ ਹੋਈ, ਹਾਰਟ ਅਟੈਕ ਹੋਇਆ ਉਹਨਾਂ ਨੂੰ ਮੇਰੇ ਸਾਹਮਣੇ। ਭੇਡਾਂ ਸੀਗੀਆਂ ਜੀ, ਉਹ ਫਿਰ ਸਮਝ ਨਹੀਂ ਹੀ ਰਹੀਆਂ। ਮਾਣ ਆ ਜੀ, ਸਹੀ ਗੱਲ ਆ, ਮਾਣ ਆ ਬਾਪੂਆਂ ਤੇ ਮਾਣ ਆ ਜੀ ਮੈਨੂੰ ਬਹੁਤ। ਜਿਹੜਾ ਇਹ ਕਹਿ ਦਿੰਦੇ ਆ ਵੀ ਪੰਜਾਬੀ ਕੌਮ ਸਭ ਤੋਂ ਛੋਟੀ ਆ, ਤੇ ਉਸੇ ਕੌਮ ਨੇ ਹੀ ਸਾਰਿਆਂ ਨੂੰ ਭਾਜਣਾ ਪਾਤੀਆਂ ਜੀ। ਕੱਲ ਪਰਸੋਂ ਪਟਾਕੇ ਵੀ ਚਲਾਏ ਆਪਾਂ ਵੈਸਟਵੁੱਡ, ਰੌਣਕ ਮੇਲਾ ਪੂਰਾ ਕੀਤਾ ਆਪਾਂ ਇੱਥੇ। ਇਨ ਫਿਊਚਰ ਵੀ ਇਹਨਾਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਸਿਆਣੇ ਬੰਦੇ ਨੇ ਇਹ ਗੱਲ ਕਹੀ ਸੀ ਵੀ ਬਸ ਬੈਠੇ ਰਹੋ, ਚੁੱਪ-ਚਾਪ ਬੈਠੇ ਰਹੋ, ਇੱਕ ਦਿਨ ਰਿਜ਼ਲਟ ਜ਼ਰੂਰ ਨਿਕਲੂਗਾ। ਪੈਣਗੀਆਂ ਵੋਟਾਂ ਆ ਤੇ ਹਾਰੂਗੀ, ਐਰਕੀ ਬੀਜੇਪੀ ਤੇ ਹਾਰੂਗੀ। ਇਸ ਅੰਦੋਲਨ ਨੂੰ ਵਰਲਡ ਵਾਈਡ ਲੈ ਕੇ ਜਾਣਾ ਉਹ ਐਨਆਰਆਈਜ਼ ਨੇ ਹੀ ਕੀਤਾ ਹੈ। ਨੂੰ ਵੀ ਸਲਾਹ ਦਿੰਦੇ ਆ, ਕਿਸਾਨ ਲੀਡਰ ਨੂੰ ਸਲਾਹ ਦਿੰਦੇ ਆ ਵੀ ਉਹ ਹਾਲੇ ਥੋੜਾ ਵੇਟ ਕਰਨ ਤੇ ਜਦ ਤੱਕ ਇਹਦਾ ਮਤਾ ਪੂਰਾ ਲਿਖਤੀ ਤੌਰ ਤੇ ਪਾਸ ਨਹੀਂ ਹੋ ਜਾਂਦਾ ਉਦੋਂ ਤੱਕ ਘਰ ਨਾ ਜਾਣ। ਪਰ ਅਸੀਂ ਮੋਦੀ ਨੂੰ ਮਾਫ ਨਹੀਂ ਕਰਨਾ ਕਿਉਂਕਿ 700% ਸ਼ਹੀਦ ਹੋਏ। ਸੋ ਉਹ ਸਿਰਫ ਆਪਦੇ ਲਈ ਨਹੀਂ, ਉਹ ਆਪਣੇ ਸਭ ਦੇ ਲਈ ਹੀ ਕਰ ਰਹੇ ਸੀਗੇ ਜਿਹੜਾ ਪ੍ਰੋਟੈਸਟ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਤਰਨਜੀਤ ਕੌਰ ਘੁੰਮਣ ਤੇ ਪ੍ਰੋਗਰਾਮ ਦਾ ਨਾਮ ਹੈ ਲਾਈਫ ਇਨ ਕੈਨੇਡਾ। ਗੁਰਪੁਰਬ ਦੇ ਮੌਕੇ ਤੇ ਦੇਸ਼ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਭਾਰਤੀਆਂ ਨੂੰ ਵੀ ਸੁੱਖ ਦਾ ਸਾਹ ਮਿਲਿਆ। ਗੱਲ ਕਰ ਰਹੇ ਹਾਂ ਜੀ ਕਿਸਾਨੀ ਸੰਘਰਸ਼ ਦੇ ਬਾਰੇ ਵਿੱਚ। ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਸਾਨੀ ਸੰਘਰਸ਼ ਦੇ ਲਈ ਉਹਨਾਂ ਨੇ ਜੋ 3 ਖੇਤੀ ਕਾਨੂੰਨ ਸਨ, ਜੋ 3 ਬਿੱਲ ਸਨ, ਉਹਨਾਂ ਨੂੰ ਵਾਪਸ ਲੈਣ ਦੀ ਗੱਲ ਆਖੀ ਤਾਂ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਦੇ ਵੀ ਸਾਹ ਦੇ ਵਿੱਚ ਸਾਹ ਆਇਆ, ਕਿਉਂਕਿ ਸਭ ਨੂੰ ਇਹੀ ਸੀ ਕਿ ਜਿਹੜੇ ਕਿਸਾਨ ਪਿਛਲੇ 1 ਸਾਲ ਤੋਂ ਸੰਘਰਸ਼ ਲਈ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਆਪਣੇ ਘਰਾਂ ਨੂੰ ਸੁੱਖੀ ਸਾਂਦੀ ਵਾਪਸ ਜਾਣ। 700 ਦੇ ਕਰੀਬ ਕਿਸਾਨ ਜਿਹੜੇ ਇਸ ਅੰਦੋਲਨ ਵਿੱਚ ਆਪਣੀ ਸ਼ਹਾਦਤ ਦੇ ਚੁੱਕੇ ਨੇ। ਅਜਿਹੇ ਵਿੱਚ ਜਦੋਂ ਇਹ ਖਬਰ ਕੈਨੇਡਾ ਦੀ ਧਰਤੀ ਤੇ ਪਹੁੰਚੀ ਤਾਂ ਐਨਆਰਆਈਜ਼ ਦਾ ਕੀ ਰਿਐਕਸ਼ਨ ਸੀ? ਜਦੋਂ ਪਹਿਲੀ ਵਾਰੀ ਇਹ ਖਬਰ ਸੁਣਨ ਨੂੰ ਮਿਲੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨ ਜਿਹੜੇ ਬਿੱਲ ਨੇ ਵਾਪਸ ਲੈ ਲਏ ਨੇ, ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ? ਕਿ ਪਹਿਲੀ ਵਾਰੀ ਬਿਲੀਵ ਉਹਨਾਂ ਨੂੰ ਹੋ ਗਿਆ ਸੀ ਖਬਰ ਤੋਂ ਬਾਅਦ ਕਿ ਨਹੀਂ? ਤੇ ਕੈਨੇਡਾ ਵਿੱਚ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਸੀ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਲੋਕਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਕੀ ਰਿਐਕਸ਼ਨ ਸੀ ਤੇ ਕੀ ਕਹਿਣਾ ਹੈ ਉਹਨਾਂ ਦਾ ਇਹਨਾਂ ਬਿੱਲਾਂ ਨੂੰ ਲੈ ਕੇ। ਜਗਦੀਪ ਕਿੱਥੋਂ ਬੇਸਿਕਲੀ ਬਿਲੋਂਗ ਕਰਦੇ ਹੋ? ਮੋਗਾ ਜ਼ਿਲ੍ਹਾ ਜੀ। ਮੋਗਾ ਤੋਂ। ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ? ਮੈਨੂੰ ਜੀ ਅਜੇ 4 ਮਹੀਨੇ ਹੋਏ ਜੀ। ਕਿਸਾਨੀ ਅੰਦੋਲਨ ਦਾ ਤਾਂ ਫਿਰ ਉੱਥੇ ਤੁਸੀਂ ਪਾਰਟਿਸਿਪੇਟ ਕੀਤਾ ਕਿ ਨਹੀਂ ਕੀਤਾ? ਸੀਗਾ ਜੀ, ਮੈਂ ਐਕਚੁਅਲੀ ਸੀਗਾ ਮੈਂ ਉੱਥੇ। ਮੈਂ ਸੀਗਾ ਜੀ ਅਪ੍ਰੈਲ ਦੇ ਵਿੱਚ, 1 ਅਪ੍ਰੈਲ ਦੇ ਵਿੱਚ, ਉਦੋਂ 11 ਦਿਨ ਸੀਗਾ ਉੱਥੇ ਜੀ। ਉਸ ਤੋਂ ਬਾਅਦ ਮੇਰੀਆਂ ਆਨਲਾਈਨ ਕਲਾਸਿਸ ਸਟਾਰਟ ਹੋ ਗਈਆਂ ਤੇ ਫਿਰ ਮੈਨੂੰ ਵਾਪਸ ਆਉਣਾ ਪੈ ਗਿਆ ਜੀ ਉੱਥੋਂ। ਜਦੋਂ ਇਹ ਖਬਰ ਆਈ ਕਿ ਬਿੱਲ ਵਾਪਸ ਹੋ ਰਹੇ ਨੇ, ਖਬਰ ਤਾਂ ਯਕੀਨ ਹੋ ਗਿਆ ਸੀ? ਨਹੀਂ ਜੀ, ਪਹਿਲੀ ਵਾਰ ਨਹੀਂ ਹੋਇਆ। ਐਕਚੁਅਲੀ ਪਹਿਲਾਂ ਮੈਨੂੰ ਮੰਮੀ ਦੀ ਕਾਲ ਆਈ ਰਾਤ ਨੂੰ। ਮੰਮੀ ਨੇ ਗੁਰਪੁਰਬ ਵਿਸ਼ ਕੀਤਾ, ਮੈਂ ਪਹਿਲਾਂ ਘਬਰਾ ਗਿਆ। ਮੈਂ ਕਿਹਾ ਮੰਮੀ ਨੇ ਇਸ ਵੇਲੇ ਕਾਲ ਕਿਵੇਂ ਕਰ ਲਈ ਵੀ ਉੱਥੇ ਤਾਂ ਜੇ ਸਵੇਰ 5:30 ਹੋਏ ਸੀ ਤੇ ਉਹ ਮੈਂ ਉੱਦੇ ਬਿਮਾਰ ਸੀ, ਗੋਲੀ ਲੈ ਕੇ ਸੌਂ ਗਿਆ। ਤੇ ਜਦੋਂ ਸਵੇਰ ਉੱਠਿਆ ਪਹਿਲੀ ਖਬਰ ਹੀ ਇਹ ਪੜ੍ਹੀ ਤੇ ਪਹਿਲਾਂ ਮੈਨੂੰ ਨਹੀਂ ਯਕੀਨ ਹੋਇਆ। ਮੈਂ ਕਿਹਾ ਐਡਾ ਕੰਮ ਨਹੀਂ ਹੋ ਸਕਦਾ ਵੀ ਇੰਨੀ ਜਲਦੀ ਇਹ ਮੰਨ ਜੂਗਾ। ਬਟ ਦੈਨ ਜਦੋਂ ਦੁਬਾਰਾ ਸਰਚ ਕੀਤੀ ਤਾਂ ਬਹੁਤ ਖੁਸ਼ ਹੋਈ ਜੀ। ਪਰ ਜਲਦੀ ਤਾਂ ਨਹੀਂ ਸੀ, ਸਾਲ ਲੱਗ ਗਿਆ ਤੇ 750 ਕਿਸਾਨ ਵੀ ਇਹਦੇ ਵਿੱਚ ਸ਼ਹਾਦਤ ਦੇ ਗਏ। ਜ਼ਰੂਰ ਜੀ, ਜ਼ਰੂਰ। ਸ਼ਹਾਦਤ ਦੀ ਗੱਲ ਸੁਣ ਲਓ ਜੀ। ਜਿਸ ਦਿਨ ਮੈਂ ਉੱਥੇ ਸੀਗਾ, ਸਾਡੇ ਉੱਥੇ ਘੋਲੀ ਵਾਲਿਆਂ ਦਾ ਲੰਗਰ ਲੱਗਦਾ ਜੀ, ਤੇ ਮੈਂ ਲੰਗਰ ਖਾਂਦਾ ਸੀ, ਲੰਗਰ ਛਕੀ ਜਾਂਦੀ ਅਸੀਂ, ਤੇ ਮੇਰੇ ਸਾਹਮਣੇ ਬਾਬਾ ਜੀ ਦੀ ਡੈਥ ਹੋਈ, ਹਾਰਟ ਅਟੈਕ ਹੋਇਆ ਉਹਨਾਂ ਨੂੰ ਮੇਰੇ ਸਾਹਮਣੇ। ਬਹੁਤ ਐਵੇਂ ਦੁੱਖ ਹੋਇਆ ਜੀ ਉਦੋਂ ਬੈਠੇ ਉਹਨਾਂ ਨੂੰ ਦੇਖ ਕੇ ਵੀ ਆਏ ਵੀ ਯਾਰ ਆਪਣੇ ਆਪ ਦੇ ਬਜ਼ੁਰਗ, ਅਸਲ ਵਿੱਚ ਇਹ ਜਿੱਤ ਹੀ ਬਜ਼ੁਰਗਾਂ ਦੀ ਹੈ ਜੀ, ਯੂਥ ਨਾਲੋਂ ਜ਼ਿਆਦਾ ਜਿੱਤ ਇਹ ਬਜ਼ੁਰਗਾਂ ਦੀ ਸਾਡੇ। ਇੱਕ ਟਾਈਮ ਸੀ ਜਦੋਂ ਸੋਸ਼ਲ ਮੀਡੀਆ ਤੇ ਨਿਊਜ਼ ਦੇ ਉੱਤੇ ਚੀਜ਼ਾਂ ਬਹੁਤ ਚੱਲੀਆਂ ਸੀ ਕਿਸਾਨੀ ਪ੍ਰੋਟੈਸਟ ਨੂੰ ਲੈ ਕੇ, ਪਰ ਇੱਕ ਵੇਲਾ ਹੁਣ ਪਿੱਛੇ ਜੇ ਇਹ ਜਾ ਗਿਆ ਕਿ ਨਾ ਤਾਂ ਹੁਣ ਸੋਸ਼ਲ ਮੀਡੀਆ ਤੇ ਇੰਨਾ ਐਕਟਿਵ ਰਿਹਾ ਸੀ ਨਾ ਉਂਝ, ਪਰ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਦਿਲ ਨਹੀਂ ਹਾਰਿਆ, ਉੱਥੇ ਡਟੇ ਰਹੇ ਨੇ ਸਰਦੀ ਗਰਮੀ ਹਰ ਚੀਜ਼। ਹਾਂਜੀ, ਜਿੱਤ ਹੀ ਬਜ਼ੁਰਗਾਂ ਦੀ ਹੈ ਜੀ। ਜਿਸ ਦਿਨ 26 ਜਨਵਰੀ ਤੋਂ ਬਾਅਦ ਜਦੋਂ ਉਹ ਦਿੱਲੀ ਵਾਲੀ ਘਟਨਾ ਹੋਈ, ਜੋ ਵੀ ਕੁਛ ਹੋਇਆ, ਉਸ ਤੋਂ ਬਾਅਦ ਜਦੋਂ ਅਸੀਂ ਗਏ ਹਾਂ ਉੱਥੇ ਟਰਾਲੀ ਲੈ ਕੇ ਪਿੰਡੋਂ, ਤਾਂ ਉਸ ਟਾਈਮ ਤੇ ਯਕੀਨ ਨਹੀਂ ਆਉਂਦਾ। ਪਹਿਲੀ ਵਾਰ ਜਦੋਂ ਗਏ ਉਦੋਂ ਉੱਥੇ ਟਰੈਕਟਰ ਟਰਾਲੀ ਨੂੰ ਥਾਂ ਨਹੀਂ ਸੀ। ਦੂਜੀ ਵਾਰ ਜਦੋਂ ਅਸੀਂ ਅਪ੍ਰੈਲ 'ਚ ਗਏ ਤਾਂ ਉੱਥੇ ਸਿਰਫ ਟਰੈਕਟਰ ਹੀ 4 ਜਾਂ 5 ਹੁੰਦੇ ਸੀ ਜਿਨ੍ਹਾਂ 'ਤੇ ਮੁੰਡੇ ਹੁੰਦੇ ਸੀ, ਤੇ ਨਹੀਂ ਸਿਰਫ ਬਜ਼ੁਰਗ ਰਹਿ ਗਏ ਸੀ ਉਸ ਟਾਈਮ 'ਤੇ ਵੀ ਇੰਨਾ ਯੂਥ ਪਿੱਛੇ ਹਟ ਗਿਆ ਸੀ। ਜਦੋਂ ਯੂਥ ਪਿੱਛੇ ਹਟ ਜਾਂਦਾ ਤਾਂ ਓਬਵੀਅਸਲੀ ਸੋਸ਼ਲ ਮੀਡੀਆ ਦੀ ਸਪੋਰਟ ਘਟ ਗਈ, ਲੋਕ ਪਾਟ ਗਏ ਆਪਸ 'ਚ ਉਸ ਟਾਈਮ 'ਤੇ। ਕਈ ਦੀਪ ਸਿੱਧੂ ਨੂੰ ਸਪੋਰਟ ਕਰਨ ਲੱਗ ਗਏ, ਕਈ ਜਥੇਬੰਦੀਆਂ ਨੂੰ। ਬਟ ਉਦੋਂ ਵੀ ਸਿਆਣੇ ਬੰਦੇ ਨੇ ਇਹ ਗੱਲ ਕਹੀ ਸੀ ਵੀ ਬਸ ਬੈਠੇ ਰਹੋ, ਚੁੱਪ-ਚਾਪ ਬੈਠੇ ਰਹੋ,
ਇੱਕ ਦਿਨ ਰਿਜ਼ਲਟ ਜ਼ਰੂਰ ਨਿਕਲੂਗਾ, ਉਹਦਾ ਹੀ ਫਾਇਦਾ ਹੈ ਜੀ। ਤੁਹਾਨੂੰ ਲੱਗਦਾ ਜਿਹੜੇ 700 ਕਿਸਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਆ ਉਹਨਾਂ ਦੀ ਸ਼ਹਾਦਤ ਦਾ ਫਾਈਨਲੀ ਮੁੱਲ ਪੈ ਗਿਆ? ਪਿਆ ਹੀ ਹੈ ਜੀ, ਓਬਵੀਅਸਲੀ ਪਿਆ, ਪਰ ਹਜੇ ਉਨਾ ਨਹੀਂ ਪਿਆ ਜੀ। ਮੈਂ ਰਾਕੇਸ਼ ਕੈਦ ਦੀ ਇੰਟਰਵਿਊ ਸੁਣ ਰਿਹਾ ਸੀ ਕੱਲ੍ਹ, ਜਿੰਨਾ ਟਾਈਮ MSP ਪੱਕੀ ਨਹੀਂ ਹੁੰਦੀ ਮੈਂ ਤਾਂ ਚਾਹੁੰਦੀ ਨਹੀਂ ਉੱਥੋਂ ਛੱਡਣਾ ਚਾਹੀਦਾ ਜੀ। ਹਜੇ ਧਰਨਾ ਮੁੱਕਿਆ ਨਹੀਂ। MSP ਗਰੰਟਡ ਮਿਲੂਗੀ ਤਾਂ ਧਰਨਾ ਛੱਕਿਆ ਜਾਵੇ, ਨਹੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਉੱਥੋਂ ਮੁਕਤ ਹਜੇ ਵੀ ਤੁਰਨਾ ਚਾਹੀਦਾ, ਕਿਉਂਕਿ ਇਹ ਤਾਂ ਜੀ ਵੋਟਾਂ ਲੈਣ ਦੀ ਸਾਜ਼ਿਸ਼ ਆ, ਸਿੱਧੀ ਜੀ ਗੱਲ ਆ। 3 ਮੇਨ ਸਟੇਟਸ ਦੀਆਂ ਵੋਟਾਂ ਆ ਰਹੀਆਂ, ਇਸੇ ਕਰਕੇ ਉਹ ਹੁਣ ਇਹ ਪੈਂਤਰਾ ਖੇਡਿਆ ਗਿਆ ਗਈ, ਨਹੀਂ ਤਾਂ BJP ਨੂੰ ਤਾਂ ਆਪਣੇ ਪੰਜਾਬ ਹਰਿਆਣਾ ਤਾਂ ਵੜਨ ਵੀ ਨਹੀਂ ਦੇ ਰਿਹਾ ਸੀ। ਤੁਸੀਂ NRIs ਦੀ ਸਪੋਰਟ ਨੂੰ ਕਿੱਦਾਂ ਦੇਖਦੇ ਹੋ? ਜੇ ਉੱਥੇ ਸਾਡੇ ਬਜ਼ੁਰਗ ਸਰਦੀ 'ਚ ਬੈਠੇ ਰਹੇ, ਗਰਮੀ 'ਚ ਬੈਠੇ ਰਹੇ, ਇੱਥੇ ਚਾਹੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਹੋਣ, ਚਾਹੇ ਕੋਈ ਮਰਜ਼ੀ ਹੋਵੇ, ਇੱਥੇ ਵੀ ਸਨੋ 'ਚ ਵੀ ਇੱਥੇ ਧਰਨੇ ਲੱਗਦੇ ਰਹੇ ਨੇ, ਰੈਲੀਆਂ ਹੁੰਦੀਆਂ ਰਹੀਆਂ ਨੇ, ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਜੀ ਬਹੁਤ। 70 ਸਾਲਾਂ ਦੇ ਵਿੱਚ UK ਦੀ ਪਾਰਲੀਮੈਂਟ 'ਚ ਇੱਕ ਮੁੱਦਾ ਚੱਕਿਆ ਗਿਆ ਸੀ, ਉਹ ਕਿਸਾਨੀ ਅੰਦੋਲਨ ਦਾ ਚੱਕਿਆ ਗਿਆ ਸੀ, ਤੇ ਉਹ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ NRI ਦੀ ਸਪੋਰਟ ਕਿੰਨੀ ਤਕੜੀ ਸੀ ਤੇ ਕਿੰਨਾ ਉਸ ਸਰਕਾਰ ਨੂੰ ਧੱਕਾ ਲੱਗਿਆ ਇਹਨਾਂ ਚੀਜ਼ਾਂ ਤੋਂ। ਤੇ ਜਿਹੜੇ ਸਾਡੇ ਇਸ ਵਕਤ ਕਿਸਾਨ ਅੰਦੋਲਨ ਦੇ ਬੈਠੇ ਵੀਰ ਤੁਹਾਨੂੰ ਦੇਖ ਰਹੇ ਨੇ, ਬਜ਼ੁਰਗ ਦੇਖ ਰਹੇ ਨੇ, ਕੈਨੇਡਾ ਦੀ ਧਰਤੀ ਤੋਂ ਕੀ ਮੈਸੇਜ ਦੇਣਾ ਚਾਹੋਗੇ? ਕੁਛ ਨਹੀਂ ਜੀ, ਮਾਣ ਆ ਜੀ, ਸਹੀ ਗੱਲ ਮਾਣ ਆ, ਬਾਪੂਆਂ ਤੇ ਮਾਣ ਆ ਜੀ ਮੈਨੂੰ ਬਹੁਤ। ਮੈਂ ਤਾਂ ਖੁਦ ਐਵੇਂ ਤੁਹਾਨੂੰ ਕਹਾਂ ਜੀ, ਮੈਂ ਤਾਂ ਆ ਗਿਆ, ਮੈਂ 11 ਦਿਨ ਰਿਹਾ, ਮੈਂ ਤਾਂ ਜਿੰਨਾ ਜੋਗਾ ਹੋ ਸਕਿਆ ਉਨਾ ਕੀ ਹੀ ਮੇਰੇ ਤੋਂ ਪਾਰਟ ਹੋਇਆ ਗਿਆ ਉਸ ਧਰਨੇ ਦਾ, ਬਟ ਮੈਨੂੰ ਮਾਣ ਆ ਜੀ ਉਹਨਾਂ ਤੇ। ਜਿਹੜਾ ਇੱਕ ਸਾਡੇ ਪਿੰਡ ਦਾ, ਮੇਰੇ ਪਿੰਡ ਦਾ ਬਾਈ ਜੀ ਆ, ਰਾਜੂ ਬਾਈ ਜੀ, ਪਹਿਲੇ ਦਿਨ ਤੋਂ ਬੈਠੇ ਆ, ਪੂਰਾ 1 ਸਾਲ ਹੋ ਗਿਆ ਜੀ ਉਹਨਾਂ ਨੂੰ ਬੈਠਿਆਂ ਨੂੰ, ਸਿਰਫ ਫਸਲ ਵੱਢਣ ਤੇ ਬੀਜਣ ਪਿੰਡ ਆਏ, ਉਹਨਾਂ ਤੇ ਮਾਣ ਆ ਜੀ ਮੈਨੂੰ। ਕਿਸਾਨੀ ਪ੍ਰੋਟੈਸਟ ਦੀ ਗੱਲ ਕਰੀਏ, ਸਿਰਫ ਉਹੀ ਲੋਕ ਨਹੀਂ ਜੁੜੇ ਹੋਏ ਸੀ ਜਿਨ੍ਹਾਂ ਦਾ ਫਾਰਮਿੰਗ ਨਾਲ ਕੋਈ ਰਿਲੇਸ਼ਨ ਸੀ। ਬਹੁਤ ਸਾਰੇ ਲੋਕ ਅਜਿਹੇ ਸੀ ਦਿੱਲੀ ਤੋਂ ਜਾਂ ਹੋਰ ਸਾਈਡਸ ਤੋਂ ਕਿ ਜਿਨ੍ਹਾਂ ਨੂੰ ਫਾਰਮਿੰਗ ਦੇ ਬਾਰੇ ਕੁਝ ਨਹੀਂ ਪਤਾ, ਬਟ ਸਟਿਲ ਉਹ ਫੇਵਰ ਕਰ ਰਹੇ ਸੀ। ਇਦਾਂ ਹੀ, ਕਿਉਂਕਿ ਇਹ ਇਕੱਲਾ ਹੀ ਕਿਸਾਨਾਂ ਦਾ ਅੰਦੋਲਨ ਨਹੀਂ ਸੀ, ਇਹ ਜਿੱਦਾਂ ਕਿ ਸਾਰਿਆਂ ਦਾ ਅੰਦੋਲਨ ਹੀ ਸੀਗਾ ਜੀ ਆਪਣਾ। ਕਿਉਂਕਿ ਦੇਖੋ ਜੀ, ਇਹ ਤਾਂ ਇਦਾਂ ਵੀ ਫਾਰਮਰਸ ਤਾਂ ਇੱਕ ਜਿਵੇਂ ਕਹਿ ਲਓ ਵੀ ਬੇਸਿਕ ਮਤਲਬ ਸੀਗਾ, ਬੇਸ ਸੀਗਾ ਹੈ ਨਾ ਜੀ। ਉਸ ਤੋਂ ਬਾਅਦ ਜੇ ਫੂਡ ਮਹਿੰਗਾ ਹੁੰਦਾ ਹੈ ਨਾ ਜੀ, ਤੁਸੀਂ ਦੇਖੋ ਫੂਡ ਪ੍ਰੋਸੈਸ ਹੋ ਕੇ ਗਾਂ ਰੈਸਟੋਰੈਂਟ, ਫਿਰ ਗਰੋਸਰੀ ਸਾਰੀ ਹੈ ਨਾ ਜੀ, ਇਹ ਸਾਰਾ ਕੁਝ ਮਹਿੰਗਾ ਹੋਣਾ ਸੀਗਾ। ਸੋ ਉਹ ਸਿਰਫ ਆਪਦੇ ਲਈ ਨਹੀਂ, ਉਹ ਆਪਣੇ ਸਭ ਦੇ ਲਈ ਹੀ ਕਰ ਰਹੇ ਸੀਗੇ ਜਿਹੜਾ ਪ੍ਰੋਟੈਸਟ ਸੀ। ਤਾਂ ਜਿਹੜੇ ਲੋਕਾਂ ਨੂੰ ਤਾਂ ਜੀ ਜਿਹੜੇ ਸੀਗੇ ਸਮਝਦਾਰ ਸੀਗੇ, ਸੂਝਵਾਨ ਸੀਗੇ, ਉਹ ਤਾਂ ਨਾਲ ਜੁੜੀ ਗਈ ਅੰਦੋਲਨ ਦੇ। ਤੇ ਜਿਨ੍ਹਾਂ ਨੂੰ ਨਹੀਂ, ਜਿਹੜੇ ਕੁਝ ਭਗਤ ਸੀ, ਅੰਨੇ ਭਗਤ, ਮੈਂ ਤਾਂ ਇਹੀ ਕਹੂੰਗਾ, ਜਿਹੜੀਆਂ ਭੇਡਾਂ ਸੀਗੀਆਂ ਜੀ, ਉਹ ਫਿਰ ਸਮਝ ਨਹੀਂ ਹੀ ਰਹੀਆਂ ਉਹ ਚੀਜ਼ ਨੂੰ, ਤੇ ਉਹ ਇਹੀ ਕਹੀ ਜਾਂਦੇ ਸੀ ਵੀ ਇਹ ਖਾਲਿਸਤਾਨੀ ਨੇ, ਇਹ ਆਤੰਕਵਾਦੀ ਨੇ, ਇਹ ਕਾਮਰੇਡ ਨੇ, ਉਹ ਇਹੀ ਚੀਜ਼ ਵਾਰ-ਵਾਰ ਕਰੀ ਜਾਂਦੇ ਸੀ। ਉਹਨਾਂ ਦਾ ਤਾਂ ਇਸੇ ਹੀ ਜ਼ੋਰ ਲੱਗਾ ਸੀ ਵੀ ਇਹ ਅੰਦੋਲਨ ਹੈ, ਜਿੰਨਾ ਵੀ ਇਹਨੂੰ ਕਰ ਦਿੱਤਾ ਜਾਵੇ, ਵੀ ਖਰਾਬ ਕੀਤਾ ਜਾਵੇ। ਉੱਥੇ ਉਹਨਾਂ ਨੇ ਕੋਸ਼ਿਸ਼ਾਂ ਵੀ ਬਹੁਤ ਕੀਤੀਆਂ, ਕਈ ਬੰਦੇ ਵੀ ਫੜੇ ਗਏ ਆ, ਇੱਦਾਂ ਨਿਊਜ਼ ਮਤਲਬ ਆਈ ਆ, ਜਿੱਦਾਂ ਹੈ ਨਾ ਹੀ ਪਤਾ ਲੱਗੇ ਨਾ ਵੀ ਅਸੀਂ ਜਿੰਨਾ ਦਾ ਸਾਡੇ ਤੋਂ ਜਿੰਨਾ ਅਪਡੇਟ ਰਿਹਾ ਹੋਇਆ ਉਸ ਚੀਜ਼ ਨਾਲ ਜੁੜ ਕੇ ਅਸੀਂ ਇਹੀ ਦੇਖਿਆ ਵੀ ਉਹਨਾਂ ਨੇ ਮੋਸਟਲੀ ਪ੍ਰੋਟੈਸਟ ਨੂੰ ਖਰਾਬ ਕਰਨ ਦੀ ਕੋਸ਼ਿਸ਼ ਬਹੁਤ ਕੀਤੀ। ਪਰ ਮੈਂ ਇਹ ਕਹਿਣਾ ਚਾਹਾਂਗੀ ਵੀ ਇਹ ਆਪਣੀ ਬਹੁਤ ਮਤਲਬ ਉਹਨਾਂ ਦੀ ਸਲਾਹਨਾ ਕਰਨਾ ਚਾਹੁੰਦਾ ਮੈਂ ਵੀ ਉਹਨਾਂ ਨੇ ਕੋਈ ਵੀ ਇੱਦਾਂ ਜਿਹੜੇ ਸ਼ਰਾਰਤੀ ਤੱਤਵ ਸੀਗੇ, ਕੁਝ ਵੀ ਸੀਗਾ, ਤੇ ਉਹਨਾਂ ਨੂੰ ਇੰਨਾ ਗੌਰ ਨਹੀਂ ਕੀਤਾ, ਤੇ ਇੱਕ ਦੂਜੇ ਨਾਲ ਉਹ ਮੋਢਾ ਜੋੜ ਕੇ ਖੜੇ ਰਹੇ ਸਾਰੇ, ਤੇ ਐਟ ਲੀਸਟ ਹਾਂਜੀ ਉਹਨਾਂ ਕਰਕੇ ਫਿਰ ਗੁਰਪੁਰਬ ਦੇ ਮੌਕੇ ਤੇ ਹੀ ਬਹੁਤ ਜ਼ਿਆਦਾ ਖੁਸ਼ੀ ਹੋਈ ਰਾਤ ਨੂੰ ਜਦੋਂ ਮੈਂ ਮਤਲਬ ਨਿਊਜ਼ ਪੜ੍ਹੀ। ਇਹ ਮੇਰਾ ਇਹ ਫਰੈਂਡ ਦਾ ਜਿਵੇਂ ਪੇਜਸ ਵਗੈਰਾ ਇੰਸਟਾਗ੍ਰਾਮ ਤੇ ਆਪਾਂ ਫੋਲੋ ਕਰਦੇ ਹਾਂ ਸਾਡਾ, ਹਾਂਜੀ ਘਰੇ ਨਾਲ ਦੀ ਨਾਲ ਗੱਲਾਂ ਹੋਈਆਂ ਕਿ ਵਾਕਈ ਸੱਚ ਹੈ ਇਹ ਨਿਊਜ਼ ਕਿ ਸਾਨੂੰ ਸੁਣਨ ਨੂੰ ਮਿਲਿਆ। ਜਿੱਦਾਂ ਹੀ ਮੈਨੂੰ ਮੈਂ ਮਤਲਬ ਮੇਰਾ ਇੱਕ ਫਰੈਂਡ ਆ, ਉਹਦਾ ਪੇਜ, ਮੈਂ ਉਹਦੇ ਤੇ ਮਤਲਬ ਗੱਲ ਹੋਈ ਮੇਰੀ ਉਹਦੇ ਨਾਲ ਵੀ, ਮੈਂ ਕਿਹਾ ਵੀ ਇੱਦਾਂ ਵੀ ਇਹ ਮਤਲਬ ਠੋਸ ਖਬਰ ਹੈ ਕਿ ਕਿੱਦਾਂ ਹੈ ਨਾ ਜੀ। ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਇਹ ਇੱਦਾਂ ਵੀ ਨਿਊਜ਼ ਚੈਨਲ ਤੇ ਸਾਰੇ ਕਿਤੇ ਹੀ ਚੱਲ ਰਿਹਾ। ਸੋ ਤੇ ਬਹੁਤ ਖੁਸ਼ੀ ਹੋਈ। ਹੁਣ ਵਿਆਹ ਜਿੰਨਾ ਚਾਹ ਹੋ ਗਿਆ ਸੀ, ਐ ਦੀਵਾਲੀ ਨਾਲੋਂ ਜ਼ਿਆਦਾ ਰੌਣਕਾਂ ਸਾਨੂੰ ਦੇਖਣ ਨੂੰ ਮਿਲੀਆਂ ਪਰਸੋਂ ਰਾਤ ਜਦੋਂ ਇਹ ਬਿੱਲਾਂ ਦੇ ਬਾਰੇ ਵਿੱਚ ਪਤਾ ਲੱਗਿਆ। ਬ੍ਰਾਹਮਟਨ ਕੀ ਸਰੀ ਕੀ ਲੋਕੀ ਸੜਕਾਂ ਤੇ ਉਤਰ ਆਏ ਸੀ, ਕਿਉਂਕਿ ਇਦਾਂ ਨਾ ਹੀ ਦੀਵਾਲੀ ਤਾਂ ਚਲੋ ਠੀਕ ਹੈ ਜੀ, ਖੁਸ਼ੀ ਦਾ ਮੌਕਾ ਸੀਗਾ ਇੱਕ, ਪਰ ਫਿਰ ਵੀ ਕਿਤੇ ਨਾ ਕਿਤੇ ਮਨ ਉੱਥੇ ਹੀ ਸੀ ਵੀ ਜਿਹੜੇ ਅਸੀਂ ਦੀਵਾਲੀ ਮਨਾ ਰਹੇ ਆ, ਉਹ ਸਾਲ ਹੋ ਗਿਆ ਫਾਰਮਰ ਆ ਜਿਹੜੇ ਉੱਥੇ ਬੈਠੇ ਆ ਜੀ, ਕੋਈ ਕਿਸੇ ਬਾਰਡਰ ਤੇ, ਟਿਕਰੀ ਬਾਰਡਰ ਤੇ ਬੈਠਾ, ਕੋਈ ਦੂਜੇ ਬਾਰਡਰ ਤੇ ਬੈਠਾ ਹੀ ਹੈ ਨਾ ਜੀ। ਸੋ ਧਰਨਿਆਂ ਤੇ ਲਾਈ ਜਾਂਦੇ ਆ, ਉਹ ਆਪਣੇ ਲਈ ਪ੍ਰੋਟੈਸਟ ਕਰ ਰਹੇ ਆ, ਉਹ ਘਰੇ ਵੀ ਨਹੀਂ ਗਏ, 6-6 ਮਹੀਨੇ ਸਾਲ ਹੋ ਗਏ, ਤੇ ਅਸੀਂ ਇੱਥੇ ਖੁਸ਼ੀ ਮਨਾ ਰਹੇ ਆ। ਪਰ ਜਦੋਂ ਉਹਨੇ ਰੀਅਪੀਲ ਦਾ ਕਹਿਤਾ, ਉਹਨਾਂ ਨੇ, ਮੋਦੀ ਨੇ ਕਿਹਾ ਵੀ ਇੱਦਾਂ ਰੀਅਪੀਲ ਕਰਨ ਲੱਗੇ ਆ, ਸੋ ਉਹਦਾ ਹੀ ਗੁਰਪੁਰਬ ਦੇ ਚਾਅ ਦੁੱਗਣਾ ਹੋ ਗਿਆ, ਕਿਉਂਕਿ ਫਿਰ ਖੁਸ਼ੀ ਸੀ ਵੀ ਉਹ ਵੀ ਆਪਦੇ ਘਰੇ ਵਾਪਸ ਜਾ ਰਹੇ ਨੇ। ਸੋ ਤੁਹਾਨੂੰ ਲੱਗ ਰਿਹਾ ਕਿ ਹੁਣ ਜਿਹੜੀ BJP ਗਵਰਨਮੈਂਟ ਨੂੰ ਲੈ ਕੇ ਥੋੜੀ ਨੈਗੇਟਿਵਿਟੀ ਚੱਲ ਰਹੀ ਸੀ, ਉਹ ਹੁਣ ਪੋਜ਼ਿਟਿਵਿਟੀ ਵਿੱਚ ਚੇਂਜ ਹੋਏਗੀ? ਦੇਖੋ ਜੀ, ਹੁਣ ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਮੈਂ ਤਾਂ ਇਹੀ ਮੈਸੇਜ ਦਊਂਗਾ ਵੀ ਜੇ ਤਾਂ ਦੁਬਾਰਾ ਤੁਸੀਂ ਕਹੋ ਵੀ ਉਹ ਪੋਜ਼ਿਟਿਵ ਤਾਂ ਪੁਆਇੰਟ ਕੋਈ ਹੈ ਨਹੀਂ ਗਾ ਜੀ, ਉਹ ਤਾਂ ਸਿਰਫ ਇਹ ਆ ਵੀ ਇਹ ਇੱਕ ਉਹਨਾਂ ਦਾ ਏਜੰਡਾ ਵੀ ਮਤਲਬ ਇਲੈਕਸ਼ਨਸ ਆ ਰਹੇ ਨੇ, ਉਹਨਾਂ ਨੂੰ ਰੀਅਪੀਲ ਦਾ ਕਹਿ ਦਿੱਤਾ ਜਾਵੇ। ਪਰ ਜਿੰਨਾ ਟਾਈਮ ਇਹ ਪੂਰੀ ਤਰ੍ਹਾਂ ਰੀਅਪੀਲ ਨਹੀਂ ਕਰ ਦਿੰਦੇ ਉਹਨਾਂ ਨੂੰ, ਤੇ ਕਹਿ ਦਿੰਦੇ ਵੀ ਹਾਂਜੀ, ਪਰ ਉਹਨਾਂ ਟਾਈਮ ਤਾਂ ਪਰ
ਇਨ ਫਿਊਚਰ ਵੀ ਇਹਨਾਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਸੋ ਜਿਹੜੇ ਇਸ ਵਕਤ ਕਿਸਾਨ ਤੁਹਾਨੂੰ ਬੈਠੇ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਜੀ ਵੀ ਬਹੁਤ ਵਧੀਆ ਲੱਗਿਆ ਸਾਰੇ ਇਦਾਂ ਵੀ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੀ ਸਪੋਰਟ 'ਚ ਖੜੇ। ਜਿਹੜਾ ਇਹ ਕਹਿ ਦਿੰਦੇ ਆ ਵੀ ਪੰਜਾਬੀ ਕੌਮ ਸਭ ਤੋਂ ਛੋਟੀ ਆ, ਤੇ ਉਸੇ ਕੌਮ ਨੇ ਹੀ ਸਾਰਿਆਂ ਨੂੰ ਭਾਜਣਾ ਪਾਤੀਆਂ ਜੀ ਐਡੀ ਵੱਡੀ ਸਰਕਾਰ ਨੂੰ। ਬਾਕੀ ਮੈਂ ਇਹੀ ਕਹਿਣਾ ਚਾਹੂੰਗਾ ਜੀ, ਭਲਾ ਅਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਬੈਠੇ ਆ, ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਆ ਤੇ ਅਸੀਂ ਜਿੰਨਾ ਵੀ ਹੋ ਸਕਦਾ ਆਪਦਾ ਯੋਗਦਾਨ ਪਾਉਂਦੇ ਰਵਾਂਗੇ। ਕਿਸਾਨੀ ਅੰਦੋਲਨ ਦੇ ਬਾਰੇ ਤੁਸੀਂ ਫੋਲੋ ਕਰਦੇ ਰਹੇ ਹੋ ਇਸ ਅੰਦੋਲਨ ਨੂੰ? ਹਾਂਜੀ ਹਾਂਜੀ, ਕਿਸਾਨੀ ਅੰਦੋਲਨ ਬਾਰੇ ਆਪਾਂ ਨੂੰ ਜ਼ਰੂਰਤ ਹੈ ਆਪਾਂ ਫੋਲੋ ਕਰਨ ਦੀ, ਤਾਂ ਹੀ ਫਿਰ ਕਰਦੇ ਰਹੇ ਹਾਂ, ਪਹਿਲੇ ਦਿਨ ਤੋਂ ਹੀ ਕਰਦੇ ਰਹੇ ਹਾਂ। ਈਵਨ ਜਦੋਂ ਮੇਰਾ ਬੈਕਗ੍ਰਾਉਂਡ ਕਿਸਾਨੀ ਤੋਂ ਇੱਦਾਂ ਨਹੀਂ ਹੈਗਾ, ਸ਼ਹਿਰ 'ਚ ਹੀ ਮੈਂ ਪੜ੍ਹਿਆ ਆ, ਬਟ ਈਵਨ ਸਟਾਰਟਿੰਗ ਦੇ ਵਿੱਚ ਜਦੋਂ ਪੰਜਾਬ ਦੇ ਕੋਟਕਪੂਰਾ ਵਾਲੀ ਸਾਈਡ ਧਰਨੇ ਹੁੰਦੇ ਸੀ, ਮੈਨੂੰ ਨਹੀਂ ਨੌਲੇਜ ਸੀਗੀ ਇਹ ਚੀਜ਼ ਦੀ। ਤੇ ਫਿਰ ਜਦੋਂ ਆਪਾਂ ਦਿੱਲੀ ਜਾਣ ਲੱਗੇ, ਈਵਨ ਮੈਨੂੰ ਯਾਦ ਹੈ ਕਿ ਮੇਬੀ ਆਪਾਂ ਨਵੰਬਰ ਦੇ ਵਿੱਚ ਹੀ ਮੋਰਚਾ ਦਿੱਲੀ, ਹਾਂਜੀ 26 ਨਵੰਬਰ ਨੂੰ ਚੱਲੇ ਸੀਗੇ ਨਾ। ਤੇ ਉਦੋਂ ਫਿਰ ਮੈਂ ਪੁੱਛਿਆ, ਮਤਲਬ ਲੋਕਾਂ ਤੋਂ ਵੀ ਪੁੱਛਿਆ, ਜਿਹੜੇ ਕਿਸਾਨੀ ਵੀਰ ਭਰਾ ਨੇ ਆਪਣੇ, ਉਹਨਾਂ ਤੋਂ ਵੀ ਪੁੱਛਿਆ ਮੈਂ। ਫਿਰ ਕੁਝ ਪੜ੍ਹਿਆ ਵੀ ਕਿ ਕੀ ਸਿਸਟਮ ਹੈ, ਕਿੱਦਾਂ ਆਪਣਾ ਮਤਲਬ ਫਾਰਮਿੰਗ ਸਿਸਟਮ ਚੱਲਦਾ ਨਾ। ਫਿਰ ਉਸ ਤੋਂ ਬਾਅਦ ਸਮਝ ਆਈ ਕਿ ਹਾਂ, ਕਿਉਂਕਿ ਜਿਹੜੇ ਲਾਅ ਆਏ ਸੀ ਸੁਣਨ 'ਚ ਆਪਾਂ ਨੂੰ ਬਹੁਤ ਵਧੀਆ ਲੱਗਦੇ ਸੀ ਕਿ ਹੁਣ ਪ੍ਰਾਈਵੇਟ ਪਲੇਅਰ ਆਉਣਗੇ ਲੈਣਗੇ, ਆਪਾਂ ਕਹਿੰਦੇ ਲੈ ਯਾਰ ਜਾਣ, ਆਪਾਂ ਨੂੰ ਮਤਲਬ ਓਪਨ ਮਾਰਕੀਟ ਹੋ ਜਾਣੀ ਹੈ, ਮੰਡੀ ਦੇ ਵਿੱਚ ਜਾਣ ਦੀ ਜ਼ਰੂਰਤ ਹੀ ਨਹੀਂ, ਇੱਦਾਂ ਮਤਲਬ ਓਪਨ ਮਾਰਕੀਟ ਹੋਏਗੀ, ਆਪ ਆ ਕੇ ਲੈਣਗੇ। ਬਟ ਜਦੋਂ ਆਪਾਂ ਫਿਰ ਸਮਝਦੇ ਆ ਕਿ ਜਦੋਂ ਪ੍ਰਾਈਵੇਟ ਆ ਕੇ ਮਤਲਬ ਪਲੇਅਰ ਆ ਕੇ ਹਨਾ ਮਤਲਬ ਮਾਫੀਆ ਆਪਦਾ ਚਲਾਉਣਗੇ, ਫਿਰ ਉੱਥੇ ਫਿਰ ਸਮਝ ਲੱਗਿਆ ਕਿ ਹਾਂ ਬਹੁਤ ਗਲਤ ਗੱਲ ਹੈ। ਜਦੋਂ ਇਹ ਨਿਊਜ਼ ਆਈ ਕਿ ਬਿੱਲ ਵਾਪਸ ਹੋ ਰਹੇ ਨੇ, ਜਦੋਂ ਫਸਟ ਟਾਈਮ ਤੁਹਾਡੇ ਕੋਲੇ ਨਿਊਜ਼ ਪਹੁੰਚੀ, ਕੀ ਰਿਐਕਸ਼ਨ ਸੀ? ਯਕੀਨ ਆਇਆ ਸੀ ਕਿ ਵਾਕਈ ਅਹਿਮ ਨਿਊਜ਼ ਹੋਇਆ ਸੀ? ਬਹੁਤ ਖੁਸ਼ੀ ਹੋਈ। ਈਵਨ ਆਪਾਂ ਨੂੰ ਸਾਲ ਹੋ ਗਿਆ ਲੱਗੇ ਨੂੰ, ਤੇ ਕਿਤੇ ਸੋਚਦੇ ਸੀਗੇ ਕਿ ਪਤਾ ਨਹੀਂ ਬਣੂਗਾ ਕਿ ਨਹੀਂ ਬਣੂਗਾ, ਬਟ ਬਹੁਤ ਵਧੀਆ ਹੋਇਆ। ਇੱਥੇ ਜਿਹੜੇ NRI ਸੀਗੇ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਆ ਕਿ ਇਸ ਧਰਨੇ ਨੂੰ ਪੂਰਾ ਸਪੋਰਟ ਕੀਤਾ ਜਾਵੇ। ਲਗਭਗ ਕੋਈ ਇਹੋ ਜਿਹੀ ਦੁਨੀਆ ਦੀ ਜਗ੍ਹਾ ਨਹੀਂ ਜਿੱਥੇ ਇਸ ਅੰਦੋਲਨ ਦੇ ਬਾਰੇ ਨਾ ਪਤਾ ਹੋਵੇ। NRI ਦੇ ਸਪੋਰਟ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਅਸੀਂ ਕਹਿੰਦੇ ਹਾਂ ਦੇਸ਼ ਤਾਂ ਅਸੀਂ ਛੱਡਿਆ ਆ, ਹੁਣ ਇਹੀ ਸਾਡੇ ਮੁਲਕ ਨੇ ਵਾਪਸ, ਪਰ ਫਿਰ ਵੀ ਹਰ NRI ਸੋਚਦਾ ਹੈ ਕਿ ਸਾਡੇ ਮੁਲਕ 'ਚ ਵਧੀਆ ਹੋਵੇ, ਜੋ ਵੀ ਹੋਵੇ ਸਰਕਾਰਾਂ ਚੰਗੀਆਂ ਆਉਣ। ਹਾਂਜੀ, NRIs ਦਾ ਮਤਲਬ ਸਭ ਤੋਂ ਵਧੀਆ ਜਿਹੜਾ ਆਪਾਂ ਯੋਗਦਾਨ ਕਰੀਏ ਕਿ ਜਿੱਦਾਂ ਇਸ ਅੰਦੋਲਨ ਨੂੰ ਵਰਲਡ ਵਾਈਡ ਲੈ ਕੇ ਜਾਣਾ, ਉਹ NRIs ਨੇ ਹੀ ਕੀਤਾ ਹੈ, ਕਿਉਂਕਿ ਮੀਡੀਆ ਤੇ ਕੁਝ ਦਿਖਾ ਨਹੀਂ ਰਹੀ ਸੀ। ਈਵਨ ਜੇ ਆਪਾਂ BBC ਵੀ ਵੇਖੀਏ, ਉਹ ਵੀ ਕਿਤੇ ਨਾ ਕਿਤੇ NRIs ਦੀ ਫਾਰਮਸ 'ਚ ਹੀ ਆ ਗਈ ਹੈ ਨਾ, ਇੰਡੀਅਨ ਬ੍ਰਾਂਡ ਨਹੀਂ ਹੈਗਾ ਉਹ। ਤੇ ਵਰਲਡ ਵਾਈਡ ਲੈ ਕੇ ਜਾਣਾ, ਜਿੱਦਾਂ ਰਿਹਾਨਾ ਦੇ ਟਵੀਟ ਹੋਏ ਹਨਾ, ਹੋਰ ਕੋਈ ਸੈਲੀਬ੍ਰਿਟੀ ਸੀ, ਇਕਨੋਮਿਸਟ ਸੀਗੇ ਗਰਲਸ ਨਾ, ਉਹਨਾਂ ਦੇ ਟਵੀਟ ਹੋਏ, ਤਾਂ ਆਲ ਓਵਰ ਵਰਲਡ 'ਚ ਫੈਲਾਉਣਾ ਇਹ NRIs ਦਾ ਹੀ ਕੰਮ ਸੀਗਾ। ਤੇ NRIs ਦੀ ਹੈਲਪ ਤੋਂ ਬਗੈਰ ਮਤਲਬ ਵਰਲਡ ਵਾਈਡ ਨਹੀਂ ਹੋਣਾ ਸੀ। ਆਪਾਂ ਚਲੋ ਆਏ ਨਹੀਂ ਕਹਿੰਦੇ ਕਿ ਉਹਨਾਂ ਤੋਂ ਬਗੈਰ ਮਤਲਬ ਉਹਨਾਂ ਦੀ ਹੈਲਪ ਤੋਂ ਬਗੈਰ ਇਹ ਮੇਬੀ ਰੂਲ ਰਿਪੀਟ ਨਾ ਹੁੰਦੇ, ਇਹ ਆਪਾਂ ਨਹੀਂ ਕਹਿ ਸਕਦੇ, ਬਟ ਇਹ ਜ਼ਰੂਰ ਕਹਿ ਸਕਦੇ ਕਿ NRIs ਕਰਕੇ ਇਹ ਜਿਹੜਾ ਕਿਸਾਨੀ ਅੰਦੋਲਨ ਸੀ ਵਰਲਡ ਵਾਈਡ ਫੇਮਸ ਹੋ। ਜਿਹੜੇ ਕਿਸਾਨ ਇਸ ਵਕਤ ਜਿੱਤ ਕੇ ਵਾਪਸ ਮੁੜ ਰਹੇ ਨੇ ਆਪਣੇ ਘਰਾਂ ਨੂੰ ਲਗਭਗ ਸਾਲ ਬਾਅਦ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਦਾ ਤੇ ਆਪਣੇ ਆਪ 'ਚ ਬਹੁਤ ਵਧੀਆ ਖੁਸ਼ ਨੇ ਹਨਾ। ਤੇ ਇੱਕ ਚੀਜ਼ ਮੈਨੂੰ ਐਂ ਲੱਗਿਆ ਸੀਗਾ ਕਿ ਯਾਰ ਜਿੱਦਾਂ ਹੁਣ ਐਦਾਂ ਕਿ ਰਿਪੀਲ ਹੋ ਗਏ ਨੇ ਤੇ ਹੁਣ ਬਸ ਘਰਾਂ ਨੂੰ ਚੱਲ ਜਾਣਗੇ, ਬਟ ਨਹੀਂ, ਜਿਹੜੇ ਵੀ ਆਪਣੇ ਕਿਸਾਨ ਆਗੂ ਨੇ ਬਹੁਤ ਸਮਝਦਾਰ ਨੇ, ਬਹੁਤ ਸਿਆਣੇ ਨੇ, ਉਹਨਾਂ ਨੇ ਇਹੀ ਗੱਲ ਕਹੀ ਕਿ ਪਹਿਲਾਂ ਨਹੀਂ ਐਲਾਨ ਕਰਤਾ ਠੀਕ ਹੈ, ਪਰ ਜਿੰਨਾ ਟਾਈਮ ਸਾਨੂੰ MSP ਤੇ ਸਾਡਾ ਰੂਲ ਨਹੀਂ ਬਣਦਾ ਤੇ ਜਦੋਂ ਤੱਕ ਮਤਲਬ ਪਾਰਲੀਮੈਂਟ ਦੇ ਵਿੱਚ ਰੱਦ ਦੇ ਐਪਲੀਕੇਸ਼ਨ ਨਹੀਂ ਪਾਸ ਹੁੰਦੀ, ਉਹਨਾਂ ਟਾਈਮ ਅਸੀਂ ਨਹੀਂ ਜਾਣਾ। ਉਹ ਚੀਜ਼ ਮੈਨੂੰ ਦੇਖ ਕੇ ਬਹੁਤ ਖੁਸ਼ੀ ਲੱਗੀ। ਈਵਨ UP ਦੇ ਵਿੱਚ ਮੈਂ ਇੰਟਰਵਿਊ ਵੇਖ ਰਿਹਾ ਸੀ, ਉਹ ਕਹਿ ਰਹੇ ਸੀ ਕਿ ਠੀਕ ਹੈ ਵਧੀਆ ਮੋਦੀ ਨੇ ਕਰਤਾ, ਪਰ ਅਸੀਂ ਮੋਦੀ ਨੂੰ ਮਾਫ ਨਹੀਂ ਕਰਨਾ ਕਿਉਂਕਿ 700 ਪਰਸਨ ਸ਼ਹੀਦ ਹੋਏ। ਈਵਨ ਇੱਕ ਡੈਥ ਵੀ ਬਹੁਤ ਜ਼ਿਆਦਾ, ਬਟ 700 ਤੇ ਆਪਾਂ ਸੋਚ ਸਕਦੇ। ਦੂਜੀ ਗੱਲ ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗੀ ਕਿ ਪਿਛਲੇ ਸਾਲ ਤੋਂ 6 ਮਹੀਨੇ ਤੋਂ ਇਦਾਂ ਫੀਲ ਹੁੰਦਾ ਸੀ ਯਾਰ ਕੋਈ ਸੈਲਫ ਰਿਸਪੈਕਟ ਹੀ ਹੈ ਨਹੀਂ ਆਪਣੀ। ਕਿਸਾਨ ਆਪਣੇ ਰੋ ਰਹੇ ਨੇ, ਬਜ਼ੁਰਗ ਆਪਣੇ ਰੋ ਰਹੇ ਨੇ ਕਿ ਇੱਕ ਹਿਊਮਨ ਦੀ ਕੋਈ ਸੈਲਫ ਰਿਸਪੈਕਟ ਹੀ ਹੈ ਨਹੀਂ, ਬਟ ਜਿਹੜੀ ਆਹ ਚੀਜ਼ ਕਰਕੇ ਉਹ ਆਪਣੀ ਸੈਲਫ ਰਿਸਪੈਕਟ ਵਾਪਸ ਜੇ ਆ ਗਈ, ਇੱਕ ਜੀ ਜਾ ਕਰ ਗਿਆ ਕਿ ਚੱਲ ਠੀਕ ਹੈ, ਸਮਝ ਰਹੇ ਨੇ, ਸੁਣ ਰਹੇ ਨੇ, ਤਾਂ ਇੰਡੀਆ ਜਾ ਕੇ ਖੁਸ਼ ਰਹਿ ਸਕਦੇ ਆਪਾਂ। ਸਾਲ ਦਾ ਕਿਸਾਨੀ ਪ੍ਰੋਟੈਸਟ ਵੀ ਚੱਲ ਰਿਹਾ ਸੀ, ਇਹਨੂੰ ਫੋਲੋ ਕਰ ਰਹੇ ਸੀ ਕੀ ਉੱਥੇ ਹੋ ਰਿਹਾ ਕੀ ਨਹੀਂ ਚੱਲ ਰਿਹਾ, ਘਰ ਗੱਲਬਾਤ ਹੁੰਦੀ ਸੀ? ਹਾਂਜੀ ਹਾਂਜੀ, ਜਦੋਂ ਮੈਂ ਗਿਆ ਉਦੋਂ ਵੀ ਉੱਥੋਂ ਹੋ ਕੇ ਗਿਆ ਆ, ਜਦੋਂ ਆਉਣ ਲੱਗਾ ਉਦੋਂ ਵੀ ਉੱਥੇ ਗਿਆ, ਜਦੋਂ ਵਿੱਚ 2-3 ਦਿਨ ਮੈਂ ਉੱਥੇ ਰਿਹਾ ਵੀ ਆ ਉੱਥੇ ਦੇ ਰਹੇ ਹੋ। ਤੇ ਕਿਵੇਂ ਦੇ ਉੱਥੇ ਹਾਲਾਤ ਸੀਗੇ? ਫਾਈਨਲੀ ਹੁਣ ਬਿੱਲ ਵੀ ਵਾਪਸ ਹੋ ਗਏ ਨੇ, ਕਿਵੇਂ ਦਾ ਫੀਲ ਹੋ ਰਿਹਾ? ਮੈਂ ਕਹਿੰਦਾ ਬਹੁਤ ਵਧੀਆ ਫੀਲ ਹੋਣ ਡਿਆ। ਰਾਤੀ ਕੱਲ ਪਰਸੋਂ ਪਟਾਕੇ ਵੀ ਚਲਾਏ ਆਪਾਂ, ਵੈਸਟਵੁੱਡ ਰੌਣਕ ਮੇਲਾ ਪੂਰਾ ਕੀਤਾ ਆਪਾਂ ਇੱਥੇ। ਹਾਂਜੀ BJP ਗਵਰਨਮੈਂਟ ਨੇ ਬਿੱਲ ਤਾਂ ਵਾਪਸ ਲੈ ਲਏ ਨੇ। ਮਿਸਟਰ ਮੋਦੀ ਨੇ ਕਿਹਾ ਕਿ ਅਸੀਂ ਇਸ ਚੀਜ਼ ਨੂੰ ਕੁਝ ਕਿਸਾਨਾਂ ਤੱਕ ਪਹੁੰਚਾ ਨਹੀਂ ਪਾਏ ਇਹਦੇ ਫਾਇਦਿਆਂ ਨੂੰ। ਸੋ ਤੁਹਾਨੂੰ ਲੱਗ ਰਿਹਾ ਕਿ ਵਾਕਈ ਇਸ ਗੱਲ ਕਰਕੇ ਬਿੱਲ ਵਾਪਸ ਲੈ ਗਿਆ, ਜਾਂ ਫਿਰ ਅੱਗੇ ਇਲੈਕਸ਼ਨਸ ਆ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਬਿੱਲ ਵਾਪਸ ਹੋਏ ਨੇ? ਆ ਵੀ ਹੋ ਸਕਦਾ ਹੈ ਕਿ ਇਲੈਕਸ਼ਨਸ ਕਰਕੇ ਉਹਨਾਂ ਨੇ ਵਾਪਸ ਲਏ ਆ, ਪਰ ਜੇ ਆਪਾਂ ਉਹਨਾਂ ਨੂੰ ਹਰਾਵਾਂਗੇ ਮਤਲਬ ਜਿਤਾਵਾਂਗੇ ਫਿਰ ਸਾਡੀ ਮੂਰਖਤਾ ਦੁਬਾਰਾ ਜੇ ਆਪਾਂ ਨੂੰ ਜਿਤਾਵਾਂਗੇ। ਪਰ ਅਸੀਂ ਇਸ ਵਕਤ ਪੰਜਾਬੀਆਂ ਦੀ ਇਹ ਹੁਣ ਚੱਲਣ ਦੀ ਕਿ ਆਪਾਂ ਨਹੀਂ ਜਿਤਾਉਣਾ, ਪਰ ਉਹ ਤੇ ਆਪਣੇ ਜ਼ੋਰ ਤੇ ਆਪਾਂ ਮਤਲਬ ਕਿ ਬਿੱਲ ਵਾਪਸ ਲਏ ਆ। ਆਪਾਂ ਉੱਥੇ ਬੈਠੇ ਨੇ 1.5 ਸਾਲ ਹੋ ਗਏ, ਆਪਾਂ ਹਾਰ ਕੇ ਉੱਥੇ ਬੈਠਾ ਹੀ ਰਿਹਾ।
ਕਿਸਾਨੀ ਅੰਦੋਲਨ ਦੀ ਇੱਕ ਚੀਜ਼ ਜਿਹੜੀ ਤੁਹਾਨੂੰ ਪੋਜ਼ਿਟਿਵ ਜਿਹੜੀ ਤੁਹਾਨੂੰ ਲੱਗਿਆ ਕਿ ਇਸ ਪੂਰੇ ਅੰਦੋਲਨ ਵਿੱਚ ਨਿਕਲ ਕੇ ਬਾਹਰ ਆਈ, ਉਹ ਤੁਹਾਨੂੰ ਕਿਹੜੀ ਲੱਗੀ? ਮਤਲਬ ਸਾਰਿਆਂ ਦਾ ਜ਼ੋਰ, ਸਾਰਾ ਕੁਝ ਲੱਗਾ ਹੋਇਆ, ਜੋਸ਼ ਲੱਗਾ ਹੋਇਆ ਇਹੀ ਨੌਜਵਾਨ ਤੋਂ ਲੈ ਕੇ ਸਾਰੀ ਉਮਰਾਂ ਦੇ ਉੱਥੇ ਬੈਠੇ ਪਏ ਸੀ ਤੇ ਸਾਰਿਆਂ ਦੀ ਏਕਤਾ ਦੇ ਨਾਲ ਹੀ ਆਪਾਂ ਜਿੱਤੇ ਗਏ ਆ। ਤੇ ਆਪਣੇ ਲੋਕ ਭੁੱਲ ਬੜੀ ਛੇਤੀ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਜਿਹੜਾ ਸਾਲ ਦਾ ਪ੍ਰੋਟੈਸਟ ਸੀ, 700 ਦੇ ਕਰੀਬ ਕਿਸਾਨਾਂ ਨੇ ਆਪਣੀ ਜਾਨ ਵੀ ਗਵਾਈ ਇਸ ਪ੍ਰੋਟੈਸਟ ਦੇ ਵਿੱਚ, ਉਹ ਸ਼ਹਾਦਤ ਨੂੰ ਭੁੱਲ ਕੇ ਇੱਕ ਵਾਰ ਫਿਰ ਤੋਂ ਜਿਹੜਾ ਆ ਵਾਪਸ ਸਭ ਕੁਝ ਨਾਰਮਲ ਹੋ ਜਾਊਗਾ ਤੇ ਵਾਪਸ ਸਰਕਾਰ ਨੂੰ ਵੋਟਾਂ ਪੈਣਗੀਆਂ? ਨਹੀਂ ਹੁਣ ਤਾਂ ਨਹੀਂ ਪੈ ਸਕਦੀਆਂ। ਜੋ ਮੈਂ ਕਹਿੰਦਾ ਇਹ ਐਰਕੀ ਨਹੀਂ ਮਿਲ ਪੈਣਗੀਆਂ ਵੋਟਾਂ, ਇਹ ਤੇ ਹਾਰੂਗੀ ਐਰਕੀ, ਬੀਜੇਪੀ ਤੇ ਹਾਰੂਗੀ। ਤੇ ਸਾਲ ਆਲਮੋਸਟ ਇੱਥੇ ਹੋ ਚੱਲਿਆ ਤੇ ਸਾਲ ਦਾ ਕਿਸਾਨੀ ਪ੍ਰੋਟੈਸਟ ਵੀ ਚੱਲ ਰਿਹਾ ਸੀ। ਬੇਸਿਕਲੀ ਪਿੱਛੋਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਜਲੰਧਰ ਤੋਂ ਬਿਲੋਂਗ ਕਰਦਾ ਜੀ। ਕਿਸਾਨੀ ਪ੍ਰੋਟੈਸਟ ਬਾਰੇ ਤਾਂ ਤੁਸੀਂ ਜਾਣਦੇ ਹੋਣੇ ਆ। ਬਿਲਕੁਲ ਜੀ ਬਿਲਕੁਲ, ਸਾਡੇ ਬਹੁਤ ਸਾਰੇ ਭਰਾਵਾਂ ਨੇ ਘਾਲਣਾ ਉਹਦੇ ਵਿੱਚ ਘਾਲੀ ਹੈ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਕੱਲ ਤਾਂ ਸਾਰਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਕਿ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਔਰ ਮੋਦੀ ਗਵਰਨਮੈਂਟ ਦੇ ਲਈ ਇੱਕ ਬਹੁਤ ਵੱਡੀ ਸ਼ਰਮਨਾਕ ਹਾਰ ਹੈ। ਉਹਨਾਂ ਨੂੰ ਇਹ ਸਬਕ ਲੈਣਾ ਚਾਹੀਦਾ। ਤੁਸੀਂ ਗਵਰਨਮੈਂਟ ਦੀ ਗੱਲ ਕੀਤੀ ਆ, ਲਗਭਗ ਪਿਛਲੇ 1 ਸਾਲ ਤੋਂ ਕਿਸਾਨ ਪ੍ਰੋਟੈਸਟ ਤੇ ਬੈਠੇ ਸੀ। ਇਸ ਤੋਂ ਬਾਅਦ ਜਿਹੜਾ ਅਸੀਂ ਦੇਖਿਆ ਕਿ ਕਈ ਥਾਵਾਂ ਦੇ ਉੱਤੇ ਬੀਜੇਪੀ ਵਰਕਰਸ ਨੂੰ ਵੜਨ ਨਹੀਂ ਦਿੱਤਾ ਗਿਆ, ਪਿੰਡਾਂ ਵਿੱਚ ਐਂਟਰ ਨਹੀਂ ਕਰਨ ਦਿੱਤਾ ਗਿਆ। ਸੋ ਤੁਹਾਨੂੰ ਲੱਗਦਾ ਕਿ ਅੱਗੇ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਨੇ ਉਹਨੂੰ ਦੇਖਦੇ ਹੋਏ ਇਹ ਡਿਸੀਜਨ ਲਿਆ ਗਿਆ ਜਾਂ? ਦੇਖੋ ਜੀ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਜੋ ਇਹਦੇ ਵਿੱਚ ਚੀਜ਼ ਨਿਕਲ ਕੇ ਬਾਹਰ ਆਉਂਦੀ ਹੈ ਉਹ ਸਾਡੀ ਯੂਨਿਟੀ ਹੈ। ਅਗਰ ਸਾਡਾ ਭਾਈਚਾਰਾ ਇੱਕ ਸਾਥ ਇਕੱਠਾ ਰਹੇਗਾ ਤਾਂ ਸਾਨੂੰ ਕੋਈ ਵੀ ਤੋੜ ਨਹੀਂ ਸਕਦਾ। ਬੜੇ ਸਾਰੇ ਲੋਕ ਆਉਂਦੇ ਨੇ, ਆਪਣੇ ਅਲੱਗ-ਅਲੱਗ ਫਾਰਮੂਲੇ ਅਪਲਾਈ ਕਰਦੇ ਨੇ ਸਾਡੇ ਲੋਕਾਂ ਦੇ ਵਿੱਚ ਲਈ ਜਿਹੜੇ ਪਿਆਰ ਨੂੰ ਖਤਮ ਕਰਨ ਦੇ ਲਈ, ਬਟ ਇਹ ਇੱਕ ਐਗਜ਼ਾਮਪਲ ਪ੍ਰੂਵ ਕੀਤੀ ਸਾਡੇ ਸਮਾਜ ਦੇ ਲੋਕਾਂ ਨੇ ਕਿ ਅਸੀਂ ਇਕਜੁੱਟ ਹੋ ਕੇ ਕਿਸੇ ਵੀ ਬਾਹਰਲੀ ਤਾਕਤ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇ ਸਕਦੇ। ਉਹ ਤਾਂ ਚਲੋ ਹੁਣ ਬਹਾਨੇ ਨੇ ਜੀ, ਉਹ ਮੋਦੀ ਗਵਰਨਮੈਂਟ ਦੇ ਫੇਲ ਹੋਣ ਦੇ। ਜਦੋਂ ਤੁਸੀਂ ਆਪਣੀ ਕਿਤੇ ਗਲਤ ਮਨਸ਼ਾ ਦੇ ਨਾਲ ਤੁਸੀਂ ਅਪਰੋਚ ਕਰਦੇ ਹੋ ਕਿਸੇ ਨੂੰ ਤਾਂ ਤੁਹਾਨੂੰ ਮੂੰਹ ਦੀ ਖਾਣੀ ਪੈਂਦੀ ਹੈ। ਤਾਂ ਉਹ ਤਾਂ ਹੁਣ ਮੁੱਕਦੀ ਗੱਲ, ਉਹ ਕੋਈ ਵੀ ਬਹਾਨਾ ਦੇ ਸਕਦੇ ਆ ਕਿ ਸਾਨੂੰ ਇਸ ਕਰਕੇ ਅਸੀਂ ਫੇਲ ਹੋ ਗਏ, ਇਸ ਕਰਕੇ ਫੇਲ ਹੋ ਗਏ। ਅਸਲ ਦੇ ਵਿੱਚ ਹੁਣ ਉਹਨਾਂ ਨੂੰ ਕਰਾਰਾ ਜਵਾਬ ਮਿਲਿਆ। ਪਰ 700 ਦੇ ਕਰੀਬ ਜਿਹੜੇ ਕਿਸਾਨਾਂ ਨੇ ਇਸ ਅੰਦੋਲਨ 'ਚ ਆਪਣੀ ਜਾਨ ਵੀ ਗਵਾਈ ਹੈ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਡਿਸੀਜਨ ਲਿਆ ਗਿਆ ਪਰ ਬਹੁਤ ਹੀ ਲੇਟ ਹੋ ਗਿਆ। ਜੀ ਦੇਖੋ ਜੀ, ਕੋਈ ਵੀ ਸੰਘਰਸ਼ ਜਿਵੇਂ ਹੁਣ ਲੰਬਾ ਚੱਲਦਾ ਆ ਤਾਂ ਉਹਦੇ ਵਿੱਚ ਕੁਰਬਾਨੀਆਂ ਓਬਵੀਅਸਲੀ ਦੇਣੀਆਂ ਪੈਂਦੀਆਂ ਨੇ। ਬਹੁਤ ਸਾਰੇ ਲੋਕਾਂ ਨੇ ਹਿਊਮੈਨਿਟੀ ਦੇ ਬੇਸਿਸ ਦੇ ਉੱਪਰ, ਕਿਸੇ ਨੇ ਕੋਈ ਨਿੱਜੀ ਸਵਾਰਥ ਨਹੀਂ ਸੀ ਕਿਸੇ ਦਾ, ਹਿਊਮੈਨਿਟੀ ਦੇ ਬੇਸ ਦੇ ਉੱਤੇ ਅਗਰ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਸੋ ਅਸੀਂ ਉਹਨਾਂ ਦਾ ਸ਼ੁਕਰਾਨ ਕਰਦੇ ਹਾਂ। ਸਾਡੀ ਗਵਰਨਮੈਂਟ ਨੇ ਉਹਨਾਂ ਨੂੰ ਮੁਆਵਜ਼ਾ ਅਨਾਉਂਸ ਕੀਤਾ ਹੈ। ਸੋ ਇਹ ਉਹਨਾਂ ਦੀ ਸ਼ਹਾਦਤ ਜਿਹੜੀ ਉਹ ਹਮੇਸ਼ਾ ਲਈ ਯਾਦਗਾਰ ਰੱਖੀ ਜਾਏਗੀ। ਜਿਨ੍ਹਾਂ ਦਾ ਵੀ ਨਾਮ ਜਦੋਂ ਵੀ ਅੱਗੇ ਹਰ ਸਾਲ ਜਦੋਂ ਇਹ ਦਿਨ ਆਏਗਾ ਤਾਂ ਉਹਨਾਂ ਨੂੰ ਸ਼ਹਾਦਤ ਦੇ ਤੌਰ ਤੇ ਯਾਦ ਕੀਤਾ ਜਾਏਗਾ ਔਰ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ। ਵਿਦੇਸ਼ਾਂ 'ਚ ਵੀ ਪੂਰੀ ਸਪੋਰਟ ਐਨਆਰਆਈਜ਼ ਨੇ ਕੀਤੀ ਆ, ਚਾਹੇ ਕਿਸੇ ਵੀ ਮਰਜ਼ੀ ਪ੍ਰਾਂਤ ਤੋਂ ਹੋਵੇ, ਕਿਸੇ ਮਰਜ਼ੀ ਸਟੇਟ ਤੋਂ ਹੋਵੇ, ਇੰਡੀਆ ਤੋਂ ਬੈਕ। ਇੱਥੇ ਜਦੋਂ ਰੈਲੀਜ਼ ਹੋਈਆਂ ਨੇ ਸਭ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਰਦੀ ਗਰਮੀ ਇੱਥੇ ਵੀ ਨਹੀਂ ਐਨਆਰਆਈਜ਼ ਨੇ ਦੇਖੀ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇੱਥੇ ਰੈਲੀਜ਼ 'ਚ ਤੁਸੀਂ ਪਾਰਟਿਸਿਪੇਟ ਕੀਤਾ? ਜੀ ਬਿਲਕੁਲ ਜੀ, ਅਸੀਂ ਖੁਦ ਆਪਣੇ ਰੈਲੀਜ਼ ਦੇ ਵਿੱਚ ਜਾਂਦੇ ਰਹੇ ਹਾਂ। ਜਦੋਂ ਸਾਨੂੰ ਕਾਲ ਮਿਲਦੀ ਹੈ ਹਰ ਵੀਕਐਂਡ ਦੇ ਉੱਪਰ ਅਸੀਂ ਪਹੁੰਚਦੇ ਰਹੇ ਹਾਂ ਤਾਂ ਕਿ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੀਏ, ਕਿ ਇੰਟਰਨੈਸ਼ਨਲ ਲੈਵਲ ਦੇ ਪ੍ਰੈਸ਼ਰ ਬਿਲਡ ਕਰ ਸਕੀਏ ਉਹਨਾਂ ਦੇ ਕੌਂਸੂਲੇਟ ਨੂੰ। ਆਪਣੀ ਆਵਾਜ਼ ਜਿੱਥੋਂ ਜਿਸ ਬੰਦੇ ਦਾ ਜੋ ਰੋਲ ਬਣਦਾ ਆ ਉਹ ਆਪਣਾ ਪੂਰਾ ਨਿਭਾਵੇ। ਅਗਰ ਕੋਈ ਆਪਣੇ ਘਰ ਬੈਠਾ ਸਪੋਰਟ ਕਰ ਸਕਦਾ ਉੱਥੇ ਕਰੇ, ਅਗਰ ਕੋਈ ਅੰਦੋਲਨ ਵਿੱਚ ਪਹੁੰਚ ਸਕਦਾ ਉੱਥੇ ਜਾ ਕੇ ਸਪੋਰਟ ਕਰੇ, ਠੀਕ ਹੈ। ਕੋਈ ਸੋਸ਼ਲ ਮੀਡੀਆ ਤੇ ਕਰ ਸਕਦਾ ਉੱਥੇ ਕਰੇ। ਸੋ ਹਰ ਬੰਦੇ ਨੂੰ ਚਾਹੀਦਾ ਹੈ ਕਿ ਅਗਰ ਉਹਦੀ ਕਮਿਊਨਿਟੀ ਦੇ ਉੱਪਰ ਕੋਈ ਅਟੈਕ ਹੋ ਰਿਹਾ ਹੈ ਜਾਂ ਕੋਈ ਵੀ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਵਾਬੀ ਕਾਰਵਾਈ ਉਹਦੇ ਵਿੱਚ ਜ਼ਰੂਰ ਦੇਵੇ। ਇਲੈਕਸ਼ਨਸ ਵੀ ਆ ਰਹੀਆਂ ਨੇ, ਲੋਕੀ ਹੁਣ ਇਸ ਅੰਦੋਲਨ ਨੂੰ ਭੁੱਲ ਕੇ ਹੁਣ ਉਹਨਾਂ ਦੀ ਸਪੋਰਟ ਕਰਨ ਨੂੰ ਤਿਆਰ ਨੇ? ਨਹੀਂ, ਬਿਲਕੁਲ ਨਹੀਂ ਜੀ, ਇਹ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ। ਪੰਜਾਬ ਦੇ ਵਿੱਚ ਬੀਜੇਪੀ ਗਵਰਨਮੈਂਟ ਦਾ ਆਪਣਾ ਸੁਪਨਾ ਛੱਡ ਦੇਵੇ, ਕਿਉਂਕਿ ਸਾਡੇ ਲੋਕਾਂ ਨੇ ਇਸ ਚੀਜ਼ ਨੂੰ ਬਹੁਤ ਚੰਗੀ ਤਰੀਕੇ ਨਾਲ ਸਮਝਿਆ ਹੋਇਆ। ਚਾਹੇ ਉਹ ਕਹਿੰਦੇ ਨੇ ਚਾਹੇ ਉਹ ਕਿੰਨਾ ਵੀ ਚੰਗਾ ਬਣਨ ਦੀ ਕੋਸ਼ਿਸ਼ ਕਰ ਲੈਣ, ਬਟ ਜੋ ਉਹਨਾਂ ਦੀ ਅਸਲ ਮਨਸ਼ਾ ਹੈਗੀ ਹੈ ਉਹਨੂੰ ਅਸੀਂ ਕਦੇ ਵੀ ਇਗਨੋਰ ਨਹੀਂ ਕਰ ਸਕਦੇ। ਸੋ ਅਸੀਂ ਉਸ ਚੀਜ਼ ਨੂੰ ਯਾਦ ਰੱਖਾਂਗੇ ਹਮੇਸ਼ਾ। ਸੋ ਐਸ ਵੀ ਆਲ ਨੋ ਕਿ ਫਾਰਮਰਸ ਪ੍ਰੋਟੈਸਟ ਜਿਹੜਾ ਇੰਡੀਆ ਵਿੱਚ ਹੋ ਰਿਹਾ, ਪੂਰੀ ਦੁਨੀਆ ਦੀ ਨਜ਼ਰ ਇਸ ਪ੍ਰੋਟੈਸਟ ਦੇ ਉੱਤੇ ਸੀ। ਲਗਭਗ 1 ਸਾਲ ਤੱਕ ਇਹ ਪ੍ਰੋਟੈਸਟ ਚੱਲਿਆ। ਸਾਡੇ ਨਾਲ ਕੁਝ ਸਾਡੇ ਪਾਕਿਸਤਾਨੀ ਭੈਣ ਭਰਾ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਕਿਸਾਨ ਪ੍ਰੋਟੈਸਟ ਸੀ ਉਹਦੇ ਕੀ ਰਿਐਕਸ਼ਨ ਦੇਖਣ ਨੂੰ ਮਿਲੇ। ਸੋ ਮੈਮ, ਇੰਡੀਆ ਵਿੱਚ ਇੱਕ ਫਾਰਮਰਸ ਪ੍ਰੋਟੈਸਟ ਚੱਲਿਆ ਜਿਹੜਾ ਕਿ 1 ਸਾਲ ਤੱਕ ਚੱਲਿਆ ਵਾ, ਉਹਦੇ ਬਾਰੇ 'ਚ ਤੁਹਾਨੂੰ ਕੋਈ ਜਾਣਕਾਰੀ ਹੈ? ਬਿਲਕੁਲ ਜਨਾਬ, ਮੈਨੂੰ ਉਹਦੇ ਨਾਲ ਪੂਰੀ ਤਰ੍ਹਾਂ ਜਾਣਕਾਰੀ ਹੈ। ਮੈਂ ਤਕਰੀਬਨ 1 ਸਾਲ ਤੋਂ ਉਸ ਚੀਜ਼ ਨੂੰ ਅਬਜ਼ਰਵ ਕਰਦੀ ਰਹੀ ਹਾਂ ਔਰ ਵੇਖਦੀ ਰਹੀ ਹਾਂ ਔਰ ਕਿਸ ਤਰ੍ਹਾਂ ਕਿਸਾਨ ਕਿੰਨੀ ਦਿੱਕਤ ਦੇ ਨਾਲ ਉੱਥੇ ਬੈਠੇ ਰਹੇ ਨੇ ਆਪਣਾ ਪੁਆਇੰਟ ਆਫ ਵਿਊ ਲੈ ਕੇ। ਔਰ ਬਹੁਤ ਹੀ ਜ਼ਿਆਦਾ ਮਤਲਬ ਜ਼ਾਲਮਾਨਾ ਬਿਹੇਵੀਅਰ ਰਿਹਾ ਹੈ ਮੌਜੂਦਾ ਗਵਰਨਮੈਂਟ ਦਾ, ਕਿ ਉਹਨਾਂ ਇੱਕ ਦਫਾ ਵੀ ਆ ਕੇ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਿਆ ਔਰ ਉਹਨਾਂ ਦੇ ਪੁਆਇੰਟ ਆਫ ਵਿਊ ਨੂੰ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਆਪਣੇ ਉਹ ਜਿਹੜੇ ਜਾਬਰਾਨਾ ਕਾਨੂੰਨ ਸਾਨੂੰ ਉਹਨਾਂ ਦੇ ਉੱਤੇ ਉਹ ਬਿਲਕੁਲ ਸਟਿਕ ਰਹੇ ਨੇ। ਤੁਸੀਂ ਜਿਵੇਂ ਗੱਲ ਕੀਤੀ ਹੈ ਕਿ 1 ਸਾਲ ਦਾ ਉੱਥੇ ਇਨਫੈਕਟ 700 ਕਿਸਾਨ ਉੱਥੇ ਸ਼ਹੀਦ ਵੀ ਹੋਏ ਨੇ ਜਿਨ੍ਹਾਂ ਦੇ ਬਾਰੇ ਵਿੱਚ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ। ਸੋ ਮੈਂ ਇਹ ਜ਼ਰੂਰ ਜਾਣਨਾ ਚਾਹੁੰਦੀ ਹਾਂ ਕਿ ਪਾਕਿਸਤਾਨ ਦੇ ਵਿੱਚ ਇਸ ਪ੍ਰੋਟੈਸਟ ਨੂੰ ਲੈ ਕੇ ਕੀ ਰਿਐਕਸ਼ਨ ਸੀ ਜਦੋਂ ਇਹ ਪ੍ਰੋਟੈਸਟ ਦੇ ਬਾਰੇ ਵਿੱਚ ਜਾਣਕਾਰੀ ਮਿਲੀ?
ਪੂਰੀ ਤਰ੍ਹਾਂ ਮਤਲਬ ਜਿਹੜਾ ਇੱਕ ਕਿਸਾਨ ਤਬਕਾ ਹੈ ਜਾਂ ਪਾਕਿਸਤਾਨ ਦਾ ਜਿਹੜਾ ਆਮ ਬੰਦਾ ਵੇ ਜਾਂ ਆਮ ਸ਼ਹਿਰੀ ਹੈ ਉਹਦਾ ਪੂਰਾ ਜਿਹੜਾ ਸੀ ਨਾ ਸਮਰਥਨ ਜਾਂ ਉਹਨਾਂ ਦਾ ਸਾਥ ਕਿਸਾਨਾਂ ਦੇ ਹੱਕ ਵਿੱਚ ਸੀ, ਕਿਉਂਕਿ ਉਹ ਇਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਜਿਹੜੇ ਕਾਨੂੰਨ ਕਿਸੇ ਆਮ ਬੰਦੇ ਨੂੰ ਫਾਇਦਾ ਨਹੀਂ ਦਿੰਦੇ ਉਹ ਕਿਸੇ ਵਾਸਤੇ ਵੀ ਫਾਇਦੇਮੰਦ ਨਹੀਂ ਹੋ ਸਕਦੇ। ਗਵਰਨਮੈਂਟ ਜਾਂ ਵੱਡਿਆਂ ਲੋਕਾਂ ਦੇ ਹੋ ਸਕਦਾ ਉਹਦਾ 'ਚ ਕੋਈ ਫਾਇਦਾ ਹੁੰਦਾ ਹੈ, ਉਹਨਾਂ ਨੂੰ ਤਾਂ ਡੈਫੀਨੇਟਲੀ ਫਾਇਦਾ ਹੈ ਤੇ ਤਾਂ ਹੀ ਉਹ, ਲੇਕਿਨ ਛੋਟੇ ਕਿਸਾਨਾਂ ਦਾ ਇਹਦੇ ਵਾਸਤੇ ਬਹੁਤ ਜ਼ਿਆਦਾ ਮਸਲਾ ਸੀ ਮੰਡੀਆਂ ਨੂੰ ਲੈ ਕੇ। ਇਸ ਵਾਸਤੇ ਆਬਵੀਅਸਲੀ ਸਾਡਾ ਵੀ ਜਿਹੜਾ ਸੀ ਪੁਆਇੰਟ ਆਫ ਵਿਊ ਸੀ ਕਿਸਾਨਾਂ ਦੇ ਨਾਲ ਸੀ। ਪਾਕਿਸਤਾਨ 'ਚ ਕਿਸਾਨਾਂ ਦਾ ਕਿਵੇਂ ਦਾ ਹੈ? ਤੁਸੀਂ ਕਿਹਾ ਮੈਂ ਖੁਦ ਕਿਸਾਨ ਦੀ ਬੇਟੀ ਹੈਗੀ ਹਾਂ, ਸੋ ਉੱਥੇ ਕਿਸਾਨਾਂ ਦੀ ਲਾਈਫ ਕਿਸ ਤਰੀਕੇ ਦੀ ਹੈ? ਉੱਥੋਂ ਤਾਂ ਇੱਥੋਂ ਦੇ ਨਾਲ ਕੋਈ ਏਡਾ ਖਾਸ ਫਰਕ ਨਹੀਂ, ਸਿਰਫ ਇਹ ਵੇ ਕਿ ਉੱਥੋਂ ਇਹੋ ਜਿਹਾ ਕਾਨੂੰਨ ਕੋਈ ਹਾਲੇ ਤੱਕ ਸਾਹਮਣੇ ਨਹੀਂ ਆਇਆ, ਲੇਕਿਨ ਇਹ ਵੇ ਕਿ ਜਿੰਨੇ ਵੱਡੇ ਕਿਸਾਨ ਆ ਉਹਨਾਂ ਨੂੰ ਤੇ ਸ਼ਾਇਦ ਵੱਡੀਆਂ ਮੰਡੀਆਂ ਦਾ ਕੋਈ ਫਾਇਦਾ ਹੁੰਦਾ, ਲੇਕਿਨ ਛੋਟੇ ਕਿਸਾਨਾਂ ਦਾ ਛੋਟੇ ਰਕਬੇ ਤੇ ਜਦੋਂ ਕਾਸ਼ਤਕਾਰੀ ਕਰਦੇ ਨੇ ਔਰ ਇੰਨਾ ਜ਼ਿਆਦਾ ਉਹਨਾਂ ਦੀ ਇਨਵੈਸਟਮੈਂਟ, ਬਿਜਲੀ ਦੇ ਬਿੱਲ, ਖਾਦਾਂ, ਬੀਜ, ਹਰ ਚੀਜ਼ ਇੰਨੀ ਜ਼ਿਆਦਾ ਮਹਿੰਗੀ ਹੈ, ਲੇਕਿਨ ਜਦੋਂ ਉਹਨਾਂ ਦੀ ਫਸਲ ਤਿਆਰ ਹੁੰਦੀ ਹੈ ਅਗਰ ਉਹ ਮਤਲਬ ਆਫਾਤ ਔਰ ਮੁਸੀਬਤਾਂ ਤੋਂ ਬਚ ਵੀ ਜਾਵੇ ਤੇ ਉਹਨੂੰ ਕੋਈ ਇੰਨੀ ਜ਼ਿਆਦਾ ਉਹਦੇ ਨਾਲ ਕੋਈ ਫਾਇਦਾ ਨਹੀਂ ਪਹੁੰਚਦਾ ਕਿ ਆਪਣੇ ਇੱਕ ਮਤਲਬ ਦਰਮਿਆਨੇ ਦਰਜੇ ਦੇ ਆਪਣੇ ਜਿਹੜੇ ਅਖਰਾਜਾਤ ਨੇ ਉਹਨਾਂ ਨੂੰ ਮੈਨੇਜ ਕਰ ਸਕੇ। ਮੁਸ਼ਕਲ 'ਚ ਤੇ ਹੈ ਕਿਸਾਨ, ਲੇਕਿਨ ਇਹਦੇ ਨਾਲ ਜਿੱਥੋਂ ਤੱਕ ਸਾਰਾ ਗਵਰਨਮੈਂਟ ਨੂੰ ਵੀ ਅਸੀਂ ਬਲੇਮ ਨਹੀਂ ਉੱਥੋਂ ਦੀ ਨਹੀਂ ਕਰ ਸਕਦੇ, ਸਾਡੇ ਆਪਣੇ ਵੀ ਤੇ ਕੁਝ ਪਾਲਿਸੀਜ਼ ਤੇ ਕੁਝ ਸਟ੍ਰੈਟੇਜੀਜ਼ ਹੋਣੀਆਂ ਚਾਹੀਦੀਆਂ ਨੇ ਕਿਸੇ ਚੀਜ਼ ਨੂੰ ਬਿਹਤਰ ਬਣਾਉਣ ਵਾਸਤੇ। ਇਸ ਪ੍ਰੋਟੈਸਟ ਨੂੰ ਲੈ ਕੇ ਬਹੁਤ ਗੱਲਾਂ ਹੋਈਆਂ ਕਿ ਇਹਨੂੰ ਬਹੁਤ ਨਾਮਾਂ ਨਾਲ ਜੋੜਿਆ ਗਿਆ ਕਿ ਫੰਡਿੰਗ ਹੋ ਰਹੀ ਹੈ, ਬਾਹਰੋਂ ਫੰਡਿੰਗ ਹੋ ਰਹੀ ਹੈ ਐਂਡ ਆਲ ਦੈਟ। ਇੱਥੇ ਵੀ ਅਸੀਂ ਦੇਖਿਆ ਕੈਨੇਡਾ ਵਿੱਚ ਵੀ ਕਾਫੀ ਪ੍ਰੋਟੈਸਟ ਹੋਏ ਨੇ ਤੇ ਇੰਡੀਅਨ ਓਰੀਜਨ ਦੇ ਲੋਕਾਂ ਨੇ, ਜਿਹਦੇ ਵਿੱਚ ਬਾਕੀ ਲੋਕਾਂ ਨੇ ਵੀ ਸ਼ਾਮਿਲ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਆ। ਸੋ ਇੱਥੇ ਕਦੇ ਤੁਹਾਨੂੰ ਇਨਕਨਵੀਨੀਅੰਸ ਇਸ ਕਰਕੇ ਫੀਲ ਹੋਈ ਕਿ ਪ੍ਰੋਟੈਸਟ ਨਿਕਲ ਗਿਆ, ਤੁਹਾਨੂੰ ਕੋਈ ਪ੍ਰੋਬਲਮ ਕਦੇ ਦਿੱਕਤ ਹੋਈ ਹੋਵੇ? ਨਾਟ ਐਟ ਆਲ, ਕਦੀ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਨਹੀਂ ਪ੍ਰੋਬਲਮ ਦਾ ਕਿਸੇ ਦਾ ਸਾਹਮਣਾ ਨਹੀਂ ਕਰਨਾ ਪਿਆ। ਰਹੀ ਇਹ ਗੱਲ ਕਿ ਫੰਡਿੰਗ ਹੁੰਦੀ ਹੈ ਤੇ ਤੁਸੀਂ ਇਹ ਦੱਸੋ ਕਿ ਜਦੋਂ 10 ਲੋਕ ਜਾਂ 20 ਲੋਕ ਆਪਣੇ ਸਾਰੇ ਕੰਮਕਾਜ ਛੋੜ ਕੇ ਕਿਧਰੇ ਬੈਠ ਜਾਂਦੇ ਨੇ ਆਪਣੀ ਗੱਲ ਸਾਹਮਣੇ ਰੱਖਣ ਵਾਸਤੇ ਤੇ ਉਹਨਾਂ ਨੂੰ ਰੋਟੀ ਦੀ ਵੀ ਜ਼ਰੂਰਤ ਹੈ, ਉਹਨਾਂ ਨੂੰ ਪਾਣੀ ਦੀ ਵੀ ਜ਼ਰੂਰਤ ਹੈ, ਉਹਨਾਂ ਨੂੰ ਬਿਸਤਰ ਦੀ, ਉਹਨਾਂ ਨੂੰ ਮੌਸਮ ਦੇ ਮੁਤਾਬਕ ਲਿਬਾਸ ਦੀ ਵੀ ਜ਼ਰੂਰਤ ਹੈ। ਜੇ ਦੂਸਰੇ ਭੈਣ ਭਰਾ ਮਿਲ ਕੇ ਉਹਨਾਂ ਨੂੰ ਇਹ ਚੀਜ਼ ਦੀ ਹੈਲਪ ਆਊਟ ਕਰਦੇ ਨੇ, ਉਹਨੂੰ ਫੰਡਿੰਗ ਇਹ ਨਹੀਂ ਤੇ ਉਹ ਗਵਰਨਮੈਂਟ ਦੇ ਖਿਲਾਫ ਨੇ, ਉਹ ਉਹਨਾਂ ਲੋਕਾਂ ਦੇ ਨਾਲ ਖਲੋਤੇ ਨੇ ਜਿਨ੍ਹਾਂ ਦੇ ਵਾਸਤੇ ਗਵਰਨਮੈਂਟ ਨੇ ਉਹ ਜ਼ਾਲਮਾਨਾ ਕਾਨੂੰਨ ਬਣਾਏ ਨੇ। ਉਸ ਫੰਡਿੰਗ ਦਾ ਮਤਲਬ ਕਿਸੇ ਗਵਰਨਮੈਂਟ ਨੂੰ ਗਿਰਾਣਾ ਨਹੀਂ, ਉਹਨਾਂ ਮਜ਼ਲੂਮ ਔਰ ਮਹਿਕੂਮ ਲੋਕਾਂ ਦੀ ਮਦਦ ਵਾਸਤੇ ਅਗਰ ਉਹ ਫੰਡ ਰੇਜ਼ਿੰਗ ਹੋਈ ਹੈ ਤੇ ਕੋਈ ਉਹਦੇ 'ਚ ਬੁਰਾਈ ਤੇ ਨਹੀਂ। ਬਿਲਕੁਲ। ਸੋ ਕਰਤਾਰਪੁਰ ਕੋਰੀਡੋਰ ਵੀ ਇੱਕ ਵਾਰ ਫਿਰ ਤੋਂ ਖੁੱਲ ਗਿਆ, ਸੋ ਇਹਦੇ ਬਾਰੇ ਕੀ ਕਹਿਣਾ ਚਾਹਵਾਂਗੇ ਕਿਉਂਕਿ ਦੋਵੇਂ ਮੁਲਕਾਂ ਦੀ ਆਵਾਮ ਹਾਂ ਇਹ ਤੇ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਜਿੱਥੇ ਮੈਂ ਜੰਮੀ ਪਲੀ ਹਾਂ, ਮੈਂ ਆਪਣੇ ਅੱਬਾ ਜੀ ਕੋਲੋਂ ਜਾਂ ਆਪਣੇ ਘਰਦਿਆਂ ਕੋਲੋਂ ਵੱਡਿਆਂ ਕੋਲੋਂ ਜਦੋਂ ਵੀ ਇਹ ਚੀਜ਼ ਸੁਣਦੀ ਸਾਂ, ਉਹਨਾਂ ਦਾ ਇੱਕ ਬੜਾ ਹੀ ਵਾਜ਼ਿਹ ਤੇ ਖੁੱਲ੍ਹਾ ਇੱਕ ਪੈਗਾਮ ਹੁੰਦਾ ਸੀ ਕਿ ਉਹਨਾਂ ਦੀ ਬੜੀ ਵਧੀਆ ਜ਼ਿੰਦਗੀ ਗੁਜ਼ਰੀ ਉੱਥੋਂ ਦੇ ਮਿਲੇ ਜੁਲੇ ਪੰਜਾਬ ਦੇ ਸਰਦਾਰਾਂ ਦੇ ਨਾਲ ਰਹਿ ਕੇ। ਤੇ ਜਦੋਂ ਉਹਦਾ ਕਰਤਾਰਪੁਰ ਦਾ ਉਹ ਨਵਾਂ ਮਤਲਬ ਰਸਤਾ ਫਿਰ ਵੀ ਦੁਬਾਰਾ ਖੁੱਲਿਆ ਔਰ ਉੱਥੇ ਹੋਣ ਵਾਲੀ ਜਿਹੜੀ ਤਰੱਕੀ ਉਹ ਸਾਰੀ ਦੁਨੀਆ ਦੇ ਸਾਹਮਣੇ ਵੇ, ਔਰ ਉੱਥੇ ਜਾਣ ਵਾਲੇ ਜਿਹੜੇ ਵੀ ਲੋਕ ਵਿਜ਼ਿਟਰ ਜਾਂ ਐਜ਼ ਏ ਜਾਂਦੇ ਨੇ ਜ਼ਿਆਰਤਾਂ ਕਰਨ, ਉਹਨਾਂ ਨੂੰ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਮਿਲਦੀਆਂ ਨੇ ਔਰ ਪਾਕਿਸਤਾਨ ਦੀ ਆਮ ਆਵਾਮ ਦਾ ਤੇ ਗਵਰਨਮੈਂਟ ਦਾ ਉਹਨਾਂ ਨਾਲ ਜਿਹੜਾ ਬਿਹੇਵੀਅਰ ਹੈ ਵੀ ਸਾਰਿਆਂ ਦੇ ਸਾਹਮਣੇ ਵੇ, ਔਰ ਅਸੀਂ ਤੇ ਮੌਜੂਦਾ ਸੂਰਤ ਹਾਲ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਸਾਡੇ ਨਾਲ ਸਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਜਸਪਾਲ ਸਿੰਘ ਖਹਿਰਾ। ਜਸਪਾਲ ਜੀ, ਫਾਰਮਰਸ ਪ੍ਰੋਟੈਸਟ ਬਾਰੇ ਤਾਂ ਸਾਰੀ ਦੁਨੀਆ ਹੀ ਜਾਣਦੀ ਆ, ਸੋ ਤੁਸੀਂ ਵੀ ਇਹਨੂੰ ਕਰੀਬੀ ਤੌਰ ਤੇ ਦੇਖਿਆ, ਇਸ ਨੂੰ ਤੁਸੀਂ ਵਾਚ ਕੀਤਾ ਨਿਊਜ਼ ਦੇ ਉੱਤੇ? ਹਾਂਜੀ ਅਸੀਂ ਮਹਿਸੂਸ ਕੀਤਾ ਇਹਨੂੰ, ਕਿਉਂਕਿ ਕਿਸਾਨਾਂ ਦਾ ਦਰਦ ਜਿਹੜਾ ਸੀਗਾ ਉਹਨੂੰ ਅਸੀਂ ਮਹਿਸੂਸ ਕੀਤਾ ਕਿੱਦਾਂ ਉਹਨਾਂ ਨੇ ਪਿਛਲਾ ਸਿਆਲ ਕੱਟਿਆ ਹੈਗਾ ਤੇ ਗਾਂ ਅੱਗੇ ਵੀ ਸਿਆਲ ਆ ਰਿਹਾ ਸੀ। ਸਾਨੂੰ ਬੜੀ ਚਿੰਤਾ ਸੀ ਵੀ ਛੇਤੀ ਤੋਂ ਛੇਤੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਮੰਨ ਲਈਆਂ ਜਾਣ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਆਪਣੇ ਘਰ ਜਾ ਸਕਣ। ਸਾਡੇ ਇਹ ਮੋਦੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ, ਪਰ ਅਸੀਂ ਨਾਲ ਹੀ ਕਿਸਾਨਾਂ ਨੂੰ ਵੀ ਸਲਾਹ ਦਿੰਦੇ ਹਾਂ, ਕਿਸਾਨ ਲੀਡਰਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਹਾਲੇ ਥੋੜ੍ਹਾ ਵੇਟ ਕਰਨ ਤੇ ਜਦ ਤੱਕ ਇਹਦਾ ਮਤਾ ਪੂਰਾ ਲਿਖਤੀ ਤੌਰ ਤੇ ਪਾਸ ਨਹੀਂ ਹੋ ਜਾਂਦਾ ਉਦੋਂ ਤੱਕ ਘਰ ਨਾ ਜਾਣ। ਇਸ ਅੰਦੋਲਨ ਦੇ ਵਿੱਚ ਬਹੁਤ ਕੁਝ ਅਸੀਂ ਖੋਇਆ ਵੀ ਹੈ ਤੇ ਬਹੁਤ ਕੁਝ ਅਸੀਂ ਪਾਇਆ ਵੀ ਆ। ਭਾਰਤ ਨੂੰ ਇੱਕ ਤੌਰ ਦੇ ਉੱਤੇ ਇੱਕ ਮੋਰਚੇ ਨੇ ਜਿਹੜਾ ਇੱਕ ਕਰ ਦਿੱਤਾ, ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਸਾਨੀ ਅੰਦੋਲਨ ਦੇ ਵਿੱਚ ਜੇ ਕੁਝ ਅਸੀਂ ਚੰਗੀ ਚੀਜ਼ ਦੇਖੀ ਹੋਵੇ ਤਾਂ ਕਿਹੜੀ ਤੁਹਾਨੂੰ ਲੱਗੀ? ਉਹ ਹੈਗਾ ਆਪਸੀ ਭਾਈਚਾਰਾ। ਹਾਂਜੀ, ਕੱਲਾ ਪੰਜਾਬੀ ਨਹੀਂ, ਸਾਰੀਆਂ ਕੌਮਾਂ ਇੱਥੇ ਇਕੱਠੀਆਂ ਹੋ ਗਈਆਂ। ਜਾਟ ਭਾਈਚਾਰਾ, ਰਾਜਸਥਾਨ ਵਾਲੇ, ਹਰਿਆਣੇ ਵਾਲੇ, ਸਾਰੇ ਮਤਲਬ ਉਹਨਾਂ ਨੇ ਆਪਸੀ ਏਕਤਾ ਦਿਖਾਈ ਹੈ ਬਹੁਤ ਤਕੜੀ। ਸਾਲ ਹੋ ਚੱਲਿਆ ਸੀ, ਹਜੇ ਬਿੱਲਾਂ ਦੇ ਬਾਰੇ ਵਿੱਚ ਕੋਈ ਗੱਲਬਾਤ ਨਹੀਂ ਹੋ ਰਹੀ ਸੀ, ਸਰਕਾਰ ਨਾਲ ਕੋਈ ਬੈਠਕ ਵੀ ਨਹੀਂ ਇਸ ਦੇ ਬਾਰੇ 'ਚ ਹੋ ਰਹੀ ਸੀ। ਇੱਕਦਮ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਡਿਸੀਜਨ ਲਿਆ, ਉਹ ਵੀ ਗੁਰਪੁਰਬ ਦੇ ਮੌਕੇ ਨੂੰ ਚੁਣਿਆ ਇਸ ਡਿਸੀਜਨ ਦੇ ਲਈ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕਿ ਉਹਨਾਂ ਨੇ ਵਾਕਈ ਇਸ ਦਰਦ ਨੂੰ ਮਹਿਸੂਸ ਕੀਤਾ ਜਾਂ ਤੁਹਾਨੂੰ ਲੱਗ ਰਿਹਾ ਕਿ ਇਲੈਕਸ਼ਨਸ ਨੂੰ ਦੇਖਦੇ ਹੋਏ ਇਹ ਸਭ ਕੁਝ ਕੀਤਾ ਜਾ ਰਿਹਾ? ਦੇਖੋ, ਇਲੈਕਸ਼ਨ ਦਾ ਜਿਹੜਾ ਉਹ ਤਾਂ ਹੁੰਦਾ ਹੀ ਆ, ਉਹਨਾਂ ਨੇ ਆਪਣਾ ਲਾਹਾ ਲੈਣਾ ਹੀ ਹੁੰਦਾ ਹੈ, ਪਰ ਹੈ ਨਾ ਗੁਰਪੁਰਬ ਦੇ ਵੀ ਸੰਬੰਧ ਦੇ ਵਿੱਚ ਵੀ ਇਹਦਾ ਵੀ ਲੱਗਦਾ ਹੈ, ਜਿਸ ਤਰ੍ਹਾਂ ਪਾਕਿਸਤਾਨ ਗੌਰਮੈਂਟ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ, ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਆ,
ਤੇ ਇਹਨਾਂ ਨੇ ਵੀ ਹੋ ਸਕਦਾ ਵੀ ਸਿੱਖਾਂ ਦੀ ਭਾਵਨਾ ਨੂੰ ਸਮਝਦਿਆਂ ਹੋਇਆਂ ਇਹ ਫੈਸਲਾ ਲਿਆ ਹੋਵੇ। ਫਾਰਮਰਸ ਪ੍ਰੋਟੈਸਟ ਦੇ ਬਾਰੇ ਗੱਲਬਾਤ ਹੋਈ ਕਿ ਰਿਪੀਲ ਹੋਣ ਲੱਗਿਆ ਬਿੱਲ ਤੇ ਮਿਸਟਰ ਮੋਦੀ ਦੀ ਅਨਾਉਂਸਮੈਂਟ ਹੋਈ ਆ। ਜਦੋਂ ਇੱਥੇ ਰਾਤ ਸੀ ਉਸ ਟਾਈਮ ਦੇ ਵਿੱਚ ਪਤਾ ਲੱਗਿਆ ਕੀ ਰਿਐਕਸ਼ਨ ਸੀ, ਫਸਟ ਬਿਲੀਵ ਹੋਇਆ ਕਿ ਹਾਂ ਸੱਚੀ ਇਹ ਨਿਊਜ਼ ਆ ਗਈ ਹੈ। Yeah, we call our family members and that confirm we are like finally they reappeal that rules. So we are so happy because my father is also farmer. So that's why I'm so happy with this. ਸੋ ਜਦੋਂ ਇੱਥੇ ਹੁੰਦੇ ਸੀ ਪ੍ਰੋਟੈਸਟ ਵਗੈਰਾ ਹੁੰਦੇ ਸੀ ਜਾਂ ਰੈਲੀਜ਼ ਨਿਕਲਦੀਆਂ ਸੀ, ਕਦੇ ਤੁਸੀਂ ਉਹਦੇ ਵਿੱਚ ਗਏ ਹੋ, ਸ਼ਿਰਕਤ ਕੀਤੀ ਹੈ? Yeah, we go. Yeah, ਗਏ ਸੀ। Already there in Westwood Mall. We joined the rally. So that's why. ਸੋ ਕਿਵੇਂ ਦਾ ਲੱਗਿਆ ਜਦੋਂ ਬਿੱਲ ਵਾਪਸ ਹੋਏ ਨੇ, ਕਿਉਂਕਿ ਬਹੁਤ ਲੰਬਾ ਪ੍ਰੋਟੈਸਟ ਸੀਗਾ, ਲਗਭਗ 700 ਸਾਡੇ ਕਿਸਾਨ ਸ਼ਹੀਦ ਹੋਏ ਨੇ। ਸੋ ਕਿਵੇਂ ਦਾ ਲੱਗਿਆ ਇਹ? ਬਹੁਤ ਵਧੀਆ ਹੋਈ ਆ। ਸਾਡੀ ਕੰਟਰੀ ਦੇ ਵਿੱਚ ਕੁਝ ਡਿਵੈਲਪਮੈਂਟ ਆ ਜੋ ਕਿ ਫਾਰਮਰਸ ਕਰਕੇ ਹੀ ਆ। ਸੋ ਸਾਨੂੰ ਬਹੁਤ ਖੁਸ਼ੀ ਹੋਈ। ਮੇਨ ਗੱਲ ਆ ਉਸ ਦਿਨ ਗੁਰਪੁਰਬ ਸੀਗੀ ਆ, ਉਹ ਦਿਨ ਸਾਡੇ ਲਈ ਬਹੁਤ ਵਧੀਆ ਸੀ। ਬਟ ਇਹਦੇ ਵਿੱਚ ਯੂਨਿਟੀ ਜਿਹੜੀ ਆ ਸਭ ਤੋਂ ਵੱਡੀ ਨਿਕਲ ਕੇ ਆਈ ਆ। ਸੋ ਤੁਹਾਨੂੰ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਇੰਡੀਅਨਸ ਨੇ ਯੂਨਿਟੀ ਦਿਖਾਈ ਆ, ਇਹ ਆਉਣ ਵਾਲੀਆਂ ਸਰਕਾਰਾਂ ਲਈ ਵੀ ਇੱਕ ਸਬਕ ਹੋਏਗਾ? ਹਾਂਜੀ ਬਿਲਕੁਲ। ਬਿਲਕੁਲ ਕਿਉਂਕਿ like Mr. Modi repeal the rules, so that's why we know that how they can survive in the next ਬਿਲਕੁਲ। ਸੋ generation. ਫਾਈਨਲੀ 1 ਸਾਲ ਬਾਅਦ ਘਰ ਵਾਪਸੀ ਹੋ ਰਹੀ ਹੈ। ਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਿੱਚ, ਜਿਹੜੇ ਕਿਸਾਨ ਇਸ ਵਕਤ ਤੁਹਾਨੂੰ ਦੇਖ ਰਹੇ ਨੇ 1 ਸਾਲ ਤੋਂ ਉੱਥੇ ਡਟੇ ਹੋਏ ਸੀ, ਕੋਈ ਮੈਸੇਜ ਉਹਨਾਂ ਦੇ ਲਈ? ਜਾਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ, ਅਸੀਂ ਉਹਨਾਂ ਦੀ ਮਿਹਨਤ ਤੇ ਬਲੀਵ ਕਰਦੇ ਆ ਔਰ ਅਸੀਂ ਉਹਨਾਂ ਨੂੰ ਇਹੀ ਸੁਜੈਸਟ ਕਰਦੇ ਆ ਕਿ ਜੇ ਸਾਨੂੰ ਆਪਣੇ ਤੇ ਲਾਈਕ ਮਾਣ ਹੈ, ਲਾਈਕ ਸਾਨੂੰ ਪਤਾ ਹੈ ਅਸੀਂ ਸਹੀ ਕਰ ਰਹੇ ਆ, ਤਾਂ ਕਹਿੰਦੇ ਆ ਨਾ ਕਿ ਸੱਚਾਈ ਜਿਹੜੀ ਆ ਆਲਵੇਜ਼ ਜਿੱਤਦੀ ਆ। ਜਾਂ ਉਹਨਾਂ ਨੇ ਹਾਰ ਨਹੀਂ ਮੰਨੀ। It's a very great big protest of this world. ਸੋ ਦੋਸਤੋ, ਤੁਸੀਂ ਸਭ ਦੇ ਜਜ਼ਬਾਤ ਸੁਣੇ ਤੇ ਕੁਝ ਅਜਿਹੇ ਵੀ ਸਾਡੇ ਨਾਲ ਲੋਕ ਮੌਜੂਦ ਸਨ ਜਿਹੜੇ ਕਿ ਗੱਲਾਂ ਕਰਦੇ ਕਰਦੇ ਇਮੋਸ਼ਨਲ ਵੀ ਕਾਫੀ ਹੋਏ ਨੇ। ਇਹ ਹਮੇਸ਼ਾ ਦੇਖਿਆ ਗਿਆ ਕਿ ਜਦ ਵੀ ਭਾਰਤ ਦੇ ਉੱਤੇ, ਜਦ ਵੀ ਪੰਜਾਬ ਦੇ ਉੱਤੇ ਕੋਈ ਮੁਸੀਬਤ ਆਉਂਦੀ ਆ ਤੇ ਐਨਆਰਆਈਸ ਨੇ ਹਮੇਸ਼ਾ ਵੱਧ ਚੜ ਕੇ ਮੋਹਰੀ ਭੂਮਿਕਾ ਨਿਭਾਈ ਹੈ। ਸੋ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਵੀ ਕਿਸਾਨੀ ਸੰਘਰਸ਼ ਵਿੱਚ ਐਨਆਰਆਈਸ ਨੇ ਵੱਡਾ ਯੋਗਦਾਨ ਪਾਇਆ ਤੇ ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਲੈਵਲ ਤੱਕ ਲੈ ਕੇ ਗਏ ਨੇ। ਸੋ ਇਹ ਸੀ ਜੀ ਐਨਆਰਆਈਸ ਦੇ ਜਜ਼ਬਾਤ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਖੇਤੀ ਬਿੱਲ ਵਾਪਸ ਕੀਤੇ ਜਾ ਰਹੇ ਨੇ। ਸੋ ਸਭ ਨੇ ਆਪਣੇ ਆਪਣੇ ਤਜਰਬੇ ਸਾਂਝੇ ਕੀਤੇ। ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ, ਐਨਆਰਆਈਸ ਨੂੰ ਲੈ ਕੇ ਜੋ ਸੰਘਰਸ਼ ਵਿੱਚ ਉਹਨਾਂ ਨੇ ਯੋਗਦਾਨ ਪਾਇਆ, ਤੁਸੀਂ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ, ਸਾਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ। ਪ੍ਰੋਗਰਾਮ ਪਸੰਦ ਆਉਂਦਾ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਇਸ ਦੇ ਨਾਲ ਹੀ ਕੈਮਰਾਮੈਨ ਮਨਦੀਪ ਪੁਨੀਆ ਤੇ ਰੀਤਿੰਦਰ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।